ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਜੀ ਆਇਆਂ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸਰਦਾਰ ਗੁਰਚਰਨਜੀਤ ਸਿੰਘ ਲਾਂਬਾ, ਉੱਘੇ ਸਿੱਖ ਸਕਾਲਰ। ਸਰਦਾਰ ਸਾਹਿਬ ਜੀ ਆਇਆਂ। ਧੰਨਵਾਦ ਜੀ। ਦੋਸਤੋ, ਕਿਸੇ ਵੀ ਰਾਸ਼ਟਰ ਦੀ ਬੁਨਿਆਦ ਨਿੱਗਰ ਧਰਾਤਲ ਤੇ ਹੁੰਦੀ ਹੈ ਔਰ ਉਸ ਨਿੱਗਰ ਧਰਾਤਲ ਦੇ ਥੱਲੇ ਹਜ਼ਾਰਾਂ ਸ਼ਹਾਦਤਾਂ ਹੁੰਦੀਆਂ, ਕੁਰਬਾਨੀਆਂ ਹੁੰਦੀਆਂ ਨੇ। ਇੱਕ ਸਿਲਸਿਲਾ ਹੁੰਦਾ ਹੈ ਉੱਥੋਂ ਤੱਕ ਆਉਣ ਦਾ, ਔਰ ਇਹ ਸੰਕਲਪ ਸਦੀਆਂ 'ਚ ਚਿਤਵੇ ਜਾਂਦੇ ਆ, ਪ੍ਰਵਾਨ ਚੜ੍ਹਦੇ ਆ। ਲੇਕਿਨ ਇਹਨੂੰ ਕਾਇਮ ਰੱਖਣਾ ਇੱਕ ਜ਼ਿੰਮੇਵਾਰੀ ਹੁੰਦੀ ਆ, ਜਿਹੜੀ ਸਮੇਂ ਦੇ ਲੀਡਰਸ ਦੇ ਜ਼ਿੰਮੇ ਹੁੰਦੀ ਆ, ਜਿਨ੍ਹਾਂ ਨੇ ਅਗਵਾਈ ਦੇਣੀ ਹੁੰਦੀ। ਇਤਿਹਾਸ ਭਰਿਆ ਪਿਆ ਐਸੀਆਂ ਗਵਾਹੀਆਂ ਨਾਲ ਕਿ ਜਦੋਂ ਰਾਸ਼ਟਰ ਬਣੇ ਉਦੋਂ ਸਦੀਆਂ ਲੱਗੀਆਂ, ਲੇਕਿਨ ਕਿਸੇ ਵਿਅਕਤੀ ਵਿਸ਼ੇਸ਼ ਦੇ ਨਾ ਅਹਿਲ ਐਟੀਟਿਊਡ ਕਰਕੇ ਬਹੁਤ ਕੁਝ ਬਦਲ ਜਾਂਦਾ ਹੈ। ਇੰਨੇ ਦਿਨੀ ਅਮਰੀਕਾ ਦੇ ਵਿੱਚ ਜੋ ਸੱਤਾ ਪਰਿਵਰਤਨ ਹੋ ਰਿਹਾ, ਉੱਥੋਂ ਦੀ ਪਾਰਲੀਮੈਂਟ ਦੇ ਵਿੱਚ ਜਨ ਸਧਾਰਨ ਦਾ ਬਿਰੋਕ ਵੜਨਾ ਤੇ ਹੁੱਲੜਬਾਜ਼ੀ ਕਰਨਾ ਮੌਤਾਂ ਤੱਕ ਦਾ ਸਿਲਸਿਲਾ ਹੈ। ਜ਼ਖਮੀ ਹੋਣ ਵਾਲਿਆਂ ਦੀ ਫਹਿਰਿਸਤ ਅਜੇ ਜਾਰੀ ਨਹੀਂ ਹੋਈ। ਜਿਹੜਾ ਦਮ ਭਰਦਾ ਸੀ ਬੁਨਿਆਦ ਡਿਸਪਲਿਨ ਦੀ ਦਾ, ਉਹ ਰਾਸ਼ਟਰ ਜਿਹਦੇ ਵਿੱਚ ਕਹਿੰਦੇ ਸੀ ਤੁਸੀਂ ਬਾਹਰ ਖਾਲੀ ਸ਼ਟਰ ਛੱਡ ਕੇ ਚਲੇ ਜਾਓ, ਸਵੇਰੇ ਉਵੇਂ ਹੀ ਲੈ ਲਓ, ਉਸ ਰਾਸ਼ਟਰ ਦੇ ਵਿੱਚ ਹਰ ਚੀਜ਼ ਵਾਪਰੀ ਆ। ਆਖਰ ਜਿਹੜਾ ਸਦੀਆਂ ਦਾ ਸਿਲਸਿਲਾ ਸੀ ਬਣਾਉਣ ਦਾ, ਉਹ ਟੁੱਟਿਆ ਕਿੱਥੇ? ਦੂਜੇ ਬੰਨੇ ਪੰਜਾਬ, ਜਿਹਨੂੰ ਹੁੱਲੜਬਾਜ਼ਾਂ ਦੀ ਧਰਤੀ ਕਿਹਾ ਜਾਂਦਾ ਹੈ, ਜਿਹਦੇ ਨਾਲ ਕਈ ਤਰ੍ਹਾਂ ਦੇ ਆਜ਼ਾਦੀ ਤੋਂ ਬਾਅਦ ਸਾਡੇ ਲੀਡਰਸ ਨੇ ਵੀ ਰਹਿਮ ਨਹੀਂ ਕੀਤਾ ਔਰ ਸਾਨੂੰ ਕਈ ਖਿਤਾਬ ਦਿੱਤੇ। ਅਸੀਂ ਲੜਨ ਭਿੜਨ ਵਾਲੇ ਮੰਨੇ ਗਏ ਤੇ ਅਸੀਂ ਲਗਭਗ 50 ਦਿਨ ਤੋਂ ਜ਼ਿਆਦਾ 2 ਮਹੀਨੇ ਹੋਣ ਲੱਗੇ ਆ ਬਾਰਡਰਸ ਦੇ ਉੱਤੇ ਕੰਬਦੀਆਂ ਸਰਦ ਰਾਤਾਂ ਦੇ ਵਿੱਚ ਵੀ ਸਿਰੇ ਦਾ ਡਿਸਪਲਿਨ ਲਾ ਕੇ ਬੈਠੇ ਆ। ਇਸੇ ਤਰੀਕੇ ਨਾਲ ਅਸੀਂ ਦੁਨੀਆ ਭਰ ਦੇ ਜਦੋਂ ਸਿਲਸਿਲਿਆਂ ਨੂੰ ਵੇਖਦੇ ਆ ਤੇ ਫਿਰ ਇਹ ਗੱਲ ਬਣਦੀ ਹੈ ਕਿ ਆਖਰ ਜਿਹੜੇ ਸਿਧਾਂਤ ਹੁੰਦੇ ਆ, ਸੰਕਲਪ ਹੁੰਦੇ ਆ, ਕਾਨੂੰਨ ਹੁੰਦਾ, ਇਹਦੀ ਇੱਜ਼ਤ ਹੁੰਦੀ ਹੈ, ਇਹਦਾ ਡਰ ਹੁੰਦਾ ਹੈ, ਜਾਂ ਫਿਰ ਇਹ ਮਹਿਜ ਇੱਕ ਪਲ ਦਾ ਜਜ਼ਬਾਤ ਹੁੰਦਾ ਹੈ, ਇਹ ਵੇਗ ਹੁੰਦਾ ਹੈ ਜਿਹੜਾ ਜਿਹਨੂੰ ਚੈਨਲਾਈਜ਼ ਕੀਤਾ ਜਾ ਸਕਦਾ, ਨੈਗੇਟਿਵ ਵੀ ਔਰ ਪੋਜ਼ਿਟਿਵ ਵੀ। ਕੀ ਬਣੇ ਹੋਏ ਡਿਸਪਲਿਨ ਪਲ 'ਚ ਭੰਗ ਹੋ ਜਾਂਦੇ ਆ? ਕਿ ਬਣੀਆਂ ਸਲਤਨਤਾਂ ਤਹਿਸ ਨਹਿਸ ਮਿੰਟ 'ਚ ਹੋ ਜਾਂਦੀਆਂ ਕਿਸੇ ਇੱਕ ਬੰਦੇ ਦੀ ਗੈਰ ਜ਼ਿੰਮੇਵਾਰਾਨਾ ਸਟੇਟਮੈਂਟ, ਜਿਵੇਂ ਅਮਰੀਕਾ ਦੇ ਵਿੱਚ ਮੰਨਿਆ ਜਾ ਰਿਹਾ। ਟਵਿੱਟਰ ਡੋਨਾਲਡ ਟਰੰਪ ਦਾ ਜਿਹੜਾ ਖਾਤਾ ਪੱਕੇ ਤੌਰ ਤੇ ਬੰਦ ਕਰਦਾ ਹੈ, ਫੇਸਬੁੱਕ ਉਹਨੂੰ ਥੋੜੀ ਦੇਰ ਲਈ ਬੰਦ ਕਰ ਦਿੰਦਾ ਹੈ। ਸਵਾਲ ਇਹ ਆ ਕਿ ਆਪ ਉਧਰੀਆਂ ਕਿਸੇ ਵੀ ਰਾਸ਼ਟਰ ਲਈ ਔਰ ਕਿਸੇ ਵੀ ਵਿਅਕਤੀ ਵਿਸ਼ੇਸ਼ ਲਈ ਇਹ ਵੱਡੀਆਂ ਉਦਾਹਰਨਾਂ ਹੋਣਗੀਆਂ। ਲਾਂਬਾ ਸਾਹਿਬ ਅਮਰੀਕਾ 'ਚ ਵੱਸਦੇ ਆ, ਉੱਥੋਂ ਦੇ ਜਨ ਸਧਾਰਨ ਨੂੰ ਦੇਖਦੇ ਆ ਅਖਬਾਰੀ ਨੁਕਤਾ ਨਜ਼ਰ ਤੋਂ ਔਰ ਜ਼ਮੀਨੀ ਹਕੀਕਤਾਂ ਦੇ ਨਜ਼ਰੀਏ ਤੋਂ। ਇਹਨਾਂ ਨੂੰ ਜਾਣਨ ਦਾ ਯਤਨ ਕਰਦੇ ਆ ਕਿ ਕਿਸ ਤਰੀਕੇ ਨਾਲ ਇੱਕ ਵਿਅਕਤੀ ਵਿਸ਼ੇਸ਼ ਔਰ ਇੱਕ ਵਿਅਕਤੀ ਆਮ ਉਹ ਰਿਐਕਟ ਕਰਦਾ ਹੈ। ਦੇਸ਼ ਦਾ ਰਾਸ਼ਟਰਪਤੀ ਔਰ ਇੱਕ ਆਮ ਬੰਦਾ, ਉਹਦੇ ਵਿੱਚ ਕਿਹੋ ਜਿਹੀ ਤੰਦ ਹੈ। ਇੱਕ ਬੰਦਾ ਮਾਰ ਕੇ ਛਾਲ ਪੌੜੀਆਂ ਨਹੀਂ, ਬਿਲਡਿੰਗਾਂ ਚੜ ਜਾਂਦਾ ਤੇ ਉਹਦੇ ਪਿੱਛੇ ਭਾਵਨਾ ਉਸ ਵਿਅਕਤੀ ਵਿਸ਼ੇਸ਼ ਦੀ ਹੁੰਦੀ ਆ, ਜਿਹਦੀ ਜ਼ਿੰਮੇਵਾਰੀ ਹੈ ਕਿ ਉਹ ਡਿਸਪਲਿਨ ਮੇਨਟੇਨ ਕਰੇ। ਸੋ ਇਹ ਪ੍ਰਵਿਰਤੀਆਂ ਔਰ ਇਹ ਵਰਤਾਰੇ ਸਮਝਣ ਦਾ ਯਤਨ ਕਰਦੇ। ਲਾਂਬਾ ਸਾਹਿਬ, ਮੈਨੂੰ ਦੱਸਿਓ ਜ਼ਰਾ ਕਾਈਂਡਲੀ। ਜੀ ਬਹੁਤ ਬਹੁਤ ਧੰਨਵਾਦ ਰੰਧਾਵਾ ਸਾਹਿਬ, ਤੇ ਇੱਕ ਵਾਰ ਫਿਰ ਪੰਜਾਬ ਪਹੁੰਚਾਉਣ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ। ਬੇਨਤੀ ਹੈ ਜੀ ਕਿ ਜਿਤਨਾ ਕੁਝ ਤੁਸੀਂ ਵੇਖ ਰਹੇ ਹੋ, ਜਿਤਨਾ ਕੁਝ ਸੁਣ ਰਹੇ ਹੋ, ਇਤਨਾ ਕੁਝ ਹੋ ਜਾਣ ਦੇ ਬਾਵਜੂਦ ਵੀ ਜਿਹੜੀ ਤਸੱਲੀ ਹੈ, ਜਿਹੜੀ ਬਹੁਤ ਇੱਕ ਤਸੱਲੀ ਇਸ ਗੱਲ ਦੀ ਹੈ ਕਿ ਸਦੀਆਂ ਦੇ ਨਾਲ, ਸਦੀਆਂ ਦੀ ਮਿਹਨਤ ਦੇ ਨਾਲ ਉਹ ਜਿਹੜੇ ਨਿਯਮ ਬਣਾਏ, ਜਿਹੜੇ ਅਸੂਲ ਬਣਾਏ, ਉਹ ਅਜੇ ਤਿੜਕੇ ਨਹੀਂ ਹੈ, ਉਹ ਅਜੇ ਕਾਇਮ ਹੈ। ਆਮ ਅਮਰੀਕਨ ਜਿਹੜਾ ਹੈ, ਇੱਕ ਆਮ ਅਮਰੀਕੀ ਜਿਹੜਾ ਹੈਗਾ, ਉਹਦੇ ਅੰਦਰ ਅਜੇ ਵੀ ਦੇਸ਼ ਪ੍ਰਤੀ, ਮੁਲਕ ਪ੍ਰਤੀ ਔਰ ਆਪਣੇ ਵਤਨ ਪ੍ਰਤੀ ਉਸਦੀ ਵਫਾਦਾਰੀ ਔਰ ਉਸਨੂੰ ਉਸਦਾ ਮਾਣ, ਜਿਹੜਾ ਗੌਰਵ ਹੁੰਦਾ ਹੈ ਕਿਸੇ ਮੁਲਕ ਦੇ ਬਸ਼ਿੰਦੇ ਲਈ, ਉਹ ਉਹਨਾਂ ਦੇ ਅੰਦਰ ਉਹ ਕਾਇਮ ਹੈ। ਰਹਿ ਗਈ ਗੱਲ, ਕਿਉਂਕਿ ਇੱਥੇ ਪਾਰਟੀਆਂ, 2 ਪਾਰਟੀਆਂ ਸੀ ਮੁੱਖ ਤੌਰ ਦੇ ਉੱਤੇ, ਇੱਕ ਰਿਪਬਲਿਕਨ ਤੇ ਇੱਕ ਦੂਜੀ ਹੈਗੀ ਸੀ ਡੈਮੋਕ੍ਰੇਟ। ਉਹ ਦੋਨੋਂ ਹੀ ਕੁਝ ਸਿਧਾਂਤਾਂ ਦੇ ਉੱਤੇ ਪਾਰਟੀ ਸੀਗੀ, ਦੋਨਾਂ ਦੇ ਕੁਝ ਅਸੂਲ ਹੈ। ਉਹ ਜਿਹੜੀ ਰਿਪਬਲਿਕਨ ਹੈ ਉਹ ਕੰਜ਼ਰਵੇਟਿਵ ਹੈ, ਉਹ ਪੁਰਾਣੇ, ਜਿਹਨੂੰ ਰੂੜੀਵਾਦੀ ਕਹਿ ਲਓ ਜਾਂ ਪਰੰਪਰਾਵਾਦੀ ਕਹਿ ਲਓ, ਉਹਨਾਂ ਚੀਜ਼ਾਂ ਨੂੰ ਮੇਨਟੇਨ ਕਰਨਾ ਚਾਹੁੰਦੀ ਸੀਗੀ। ਦੂਸਰੇ ਪਾਸੇ ਜਿਹੜੇ ਹੈਗੇ ਆ, ਜਿਹਨੂੰ ਥੋੜਾ ਜਿਹਾ ਅਗਾਂਹ ਵਧੂ ਵੀ ਕਹਿ ਸਕਦੇ ਹੋ, ਉਹ ਥੋੜੀ ਜਿਹੀ ਲਿਬਰਲਸ ਹੈਗੇ ਆ। ਉਹਨਾਂ ਦਾ ਹੈ ਸੀ ਕਿ ਥੋੜੀ ਜਿਹੀ ਤਬਦੀਲੀਆਂ ਕੀਤੀਆਂ ਜਾਣ। ਤੋ ਇਹ ਬਹੁਤ ਵੱਡੇ ਬੁਨਿਆਦੀ ਸਿਧਾਂਤਾਂ ਦੇ ਉੱਤੇ ਸੀਗੀ। ਪਰ
ਇਹਦੇ ਵਿੱਚ ਜਿਹੜੀ ਮੁੱਖ ਤੌਰ ਦੇ ਉੱਤੇ ਸੀਗੀ ਕਿ ਜਦੋਂ ਇਹ ਮੁਲਕ ਬਣਿਆ, ਇਹ ਇੱਥੇ ਇੱਕ ਆਮ ਘਟਨਾ ਨਹੀਂ ਹੋਈ ਕਿ ਮੁਲਕ ਜਿਵੇਂ ਬਣ ਗਿਆ ਜਾਂ ਆਮ ਅਚਾਨਕ ਕਿਸੇ ਨੂੰ ਹੋ ਗਿਆ। ਇੱਥੇ ਬਕਾਇਦਾ ਸਿਵਲ ਵਾਰ ਹੋਈ, ਔਰ ਉਸ ਸਿਵਲ ਵਾਰ ਦੇ ਵਿੱਚ ਜਿਹੜਾ ਗ੍ਰਹਿ ਯੁੱਧ ਹੋਇਆ, ਉਸ ਦੇ ਵਿੱਚ ਉਹ ਜਿਹੜੀ ਇੱਕ ਮੇਨ ਸੀ ਕਨਫੈਡਰੇਟ ਪਾਰਟੀ ਜਿਹੜੀ ਸੀ, ਕਨਫੈਡਰੇਸੀ ਸੀ, ਜਨਰਲ ਲੀ ਸੀ, ਉਹ ਹਾਰ ਗਏ। ਔਰ ਉਹਨਾਂ ਨੇ ਬਾਕੀ ਫਿਰ ਹਾਰਨ ਦੇ ਬਾਅਦ ਇਹ ਮੁਲਕ ਨੂੰ ਉਹਨਾਂ ਨੇ ਇੱਕ ਯੂਨਾਈਟਿਡ ਸਟੇਟਸ ਬਣਾਇਆ। ਸਟੇਟਾਂ ਇਕੱਠੀਆਂ ਹੋਈਆਂ, ਕੁਝ ਸਟੇਟਸ ਇਕੱਠੀਆਂ ਹੋ ਕੇ ਉਹ ਯੂਨਾਈਟ ਹੋਈਆਂ ਤੇ ਉਹਨੂੰ ਯੂਨਾਈਟਿਡ ਸਟੇਟਸ ਕਿਹਾ ਗਿਆ। ਔਰ ਉਹਦੀ ਬੁਨਿਆਦ ਇਤਨੀ ਕਮਾਲ ਦੀ ਹੈ ਯੂਨਾਈਟਿਡ ਸਟੇਟਸ ਦੀ, ਤੇ 50 ਸਟੇਟਾਂ ਦੇਖੋ ਸਭ ਦੇ ਨਾਲ ਬਰਾਬਰੀ ਹੋਏ, ਇਕੁਐਲਿਟੀ ਹੋਏ। ਉਹਦੇ ਲਈ ਉਹਨਾਂ ਨੇ ਇਹ ਕੀਤਾ ਕਿ ਹਰ ਸਟੇਟ ਨੂੰ ਸੈਨੇਟ ਦੇ ਵਿੱਚ 2 ਸੀਟਾਂ ਦਿੱਤੀਆਂ। ਇਹ ਨਹੀਂ ਹੈਗਾ ਕਿ ਕੋਈ ਸਟੇਟ ਦਾ ਆਕਾਰ ਬੜਾ ਵੱਡਾ ਹੈ, ਜਿਵੇਂ ਇੱਥੇ ਲੈ ਲਓ ਕਿ ਯੂਪੀ ਦਾ, ਬਿਹਾਰ ਦਾ ਜਾਂ ਹੋਰ ਕਿਸੇ ਦਾ ਵੱਡਾ ਹੈ, ਉਹਦੀਆਂ ਜਿਹੜੀਆਂ ਹੈਗੀਆਂ ਸੀਟਾਂ 80 ਹੋਣਗੀਆਂ ਤੇ ਜੇ ਪੰਜਾਬ ਹੈਗਾ ਉਹਦੀਆਂ 13 ਹੋਣਗੀਆਂ, ਜਾਂ ਇਸ ਤਰੀਕੇ ਨਾਲ ਨਹੀਂ ਸੀ। ਹਰ ਸਟੇਟ ਦੀ ਬਰਾਬਰ 2 ਸੀਟਾਂ ਸੀ। ਇਹਦਾ ਮਤਲਬ ਉਹ ਹਰ ਸਟੇਟ ਨੂੰ ਬਰਾਬਰ ਦਾ ਭਾਈਵਾਲ ਮੰਨਦੇ ਸੀਗੇ, ਕੋਈ ਧੱਕਾ ਨਹੀਂ ਕਰ ਸਕਦਾ। ਹਰ ਸਟੇਟ ਦੀ ਆਪਣੀ ਸੁਪਰੀਮ ਕੋਰਟ ਹੈ, ਹਰ ਸਟੇਟ ਦਾ ਆਪਣਾ ਨਿਜ਼ਾਮ ਹੈ। ਇੱਥੇ ਗਵਰਨਰ ਵੀ ਖੁਦ ਚੁਣਿਆ ਜਾਂਦਾ ਹੈ। ਇਹ ਨਹੀਂਗਾ ਕਿ ਫੈਡਰਲ ਗਵਰਨਮੈਂਟ ਜਿਹਨੂੰ ਕੇਂਦਰ ਸਰਕਾਰ ਕਹਿ ਦਿੰਦੇ ਆ ਉਹਦਾ ਏਜੰਟ ਨਹੀਂ ਹੈਗਾ, ਉਹ ਬਕਾਇਦਾ ਪਬਲਿਕ ਵੱਲੋਂ ਚੁਣਿਆ ਜਾਂਦਾ ਹੈ। ਸਾਰੀ ਇੱਕ ਕਿਸਮ ਦੀ ਡੈਮੋਕ੍ਰੇਸੀ ਬੜੇ ਵਧੀਆ ਲੈਵਲ ਤੇ ਸੀ। ਮੇਅਰ ਵੀ ਚੁਣਿਆ ਜਾਂਦਾ ਹੈ, ਸਭ ਕੁਝ ਹੁੰਦਾ ਹੈ। ਮਗਰ ਹੋਇਆ ਇਹ ਹੈ ਕਿ ਇੱਥੇ ਜਿਹੜੇ ਪਿਛਲੇ ਕੁਝ ਸਾਲਾਂ ਦੇ ਵਿੱਚ ਇੱਕ ਐਸੀ ਅੰਡਰਗਰਾਉਂਡ ਇੱਕ ਲਹਿਰ ਹੈਗੀ ਹੈ ਜਿਹੜੀ ਕਿ ਸਮਝਦੀ ਹੈ ਕਿ ਅਸੀਂ ਵਾਈਟ ਸੁਪਰਮੈਸਿਸਟ ਹੈਗੇ ਆ, ਜਿਹੜਾ ਸਾਡਾ ਹੱਕ ਹੈਗਾ ਇਸ ਮੁਲਕ ਦੇ ਉੱਤੇ, ਔਰ ਇਹ ਜਿਹੜੇ ਬਾਹਰਲੇ ਹੈਗੇ ਆ ਇਹ ਸਾਡੀ ਉਹਦੇ ਵਿੱਚ ਵਧਣ ਦੇ ਵਿੱਚ ਰੁਕਾਵਟ ਹੈਗੇ ਆ। ਇਸ ਚੀਜ਼ ਨੂੰ ਇਹ ਪਿਛਲੇ 4-5 ਸਾਲਾਂ ਦੇ ਵਿੱਚ ਬਹੁਤ ਵਾਧਾ ਹੋਇਆ, ਔਰ ਉਹਦੇ ਕਰਕੇ ਮਾਹੌਲ ਇਤਨਾ ਖਰਾਬ ਹੋ ਗਿਆ ਕਿ ਦੇਖੋ ਹਰ ਮੁਲਕ ਜਿੱਥੇ ਵੀ ਹੋਏਗਾ ਕੋਈ ਨਾ ਕੋਈ ਗਿਲੇ ਸ਼ਿਕਵੇ ਹੋਣਗੇ, ਕੋਈ ਧੱਕੇ ਹੋਣਗੇ। ਮਗਰ ਇੱਥੇ ਜਿਹੜੇ ਝਗੜਾ ਸੀਗਾ ਉਹ ਕੋਈ ਉਸ ਬਿਨਾਂ ਤੇ ਨਹੀਂ ਸੀਗਾ। ਇੱਥੇ ਇਹੀ ਸੀਗਾ ਕਿ ਉਹ ਸੁਪਰਮੇਸੀ ਕਿਹਦੀ ਹੋਣੀ ਚਾਹੀਦੀ ਹੈ, ਔਰ ਉਸ ਦੇ ਉੱਤੇ ਇੱਕ ਜਿਹੜਾ ਗਰੁੱਪ ਸੀਗਾ ਉਸ ਨੂੰ ਇਸ ਚੋਣਾਂ ਦੇ ਵਿੱਚ ਡੋਨਲਡ ਟਰੰਪ ਜਦੋਂ ਇਲੈਕਸ਼ਨਾਂ ਹੋਈਆਂ, ਚੋਣਾਂ ਹੁੰਦੇ ਸਾਰ ਉਹਨਾਂ ਨੂੰ ਸ਼ਾਇਦ ਨਜ਼ਰ ਆ ਗਿਆ, ਉਹਨਾਂ ਨੇ ਰੋਲਾ ਪਾਣਾ ਸ਼ੁਰੂ ਕਰ ਦਿੱਤਾ ਕਿ ਧੋਖਾ ਹੋਇਆ, ਬੇਈਮਾਨੀ ਹੋਈ ਹੈ, ਇਹ ਮੇਰੇ ਕੋਲੋਂ ਸੀਟਾਂ ਖੋਹੀਆਂ ਗਈਆਂ, ਇਹ ਸਟੋਲਨ ਇਲੈਕਸ਼ਨ ਹੈ। ਉਹਨਾਂ ਨੇ ਕਦੀ ਵੀ ਇਸ ਗੱਲ ਨੂੰ ਨਹੀਂ ਮੰਨਿਆ। ਇੱਥੇ ਦਾ ਕਾਨੂੰਨ ਇਹ ਹੈਗਾ ਕਿ 3 ਨਵੰਬਰ ਨੂੰ ਚੋਣਾਂ ਹੁੰਦੀਆਂ 4 ਸਾਲ ਬਾਅਦ, ਔਰ ਉਹ ਸ਼ਾਮ ਤੱਕ ਜਾਂ ਦੂਜੇ ਦਿਨ ਸਵੇਰ ਤੱਕ ਨਤੀਜਾ ਵੀ ਆ ਜਾਂਦਾ। ਸੋ ਜਦੋਂ ਨਤੀਜੇ ਆਣੇ ਸ਼ੁਰੂ ਹੋਏ ਉਹਨਾਂ ਨੇ ਉਸ ਚੀਜ਼ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਪਹਿਲਾਂ ਜਦੋਂ ਵੀ ਕੋਈ ਰਾਸ਼ਟਰਪਤੀ ਹਾਰ ਜਾਂਦਾ, ਜਦੋਂ ਵੀ ਚੋਣ ਹੋਏਗੀ, ਇੱਕ ਜਿੱਤੇਗਾ ਇੱਕ ਹਾਰੇਗਾ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਗਿਆ। ਮਗਰ ਹਾਰਨ ਵਾਲਾ ਜਿਹੜਾ ਉਹ ਬੜੇ ਬਾਇਜ਼ਤ ਤਰੀਕੇ ਦੇ ਨਾਲ, ਉਹ ਬੜੀ ਗ੍ਰੇਸਫੁਲੀ ਉਹ ਨਵੇਂ ਨੂੰ ਵਧਾਈ ਦਿੰਦਾ, ਔਰ ਉਹਦੇ 'ਚ 20 ਜਨਵਰੀ ਨੂੰ ਚਾਰਜ ਦਿੱਤਾ ਜਾਂਦਾ। ਇਤਨਾ ਸੋਹਣਾ ਸਿਸਟਮ ਬਣਿਆ ਸੀ। ਉਹ ਦੋਨੋਂ ਮਿਲ ਕੇ ਕੰਮ ਕਰਦੇ ਔਰ ਉਹਨਾਂ ਨੂੰ ਸਾਰਾ ਕੁਝ ਸਮਝਾਉਂਦਾ। ਮਗਰ ਐਤਕੀ ਇਹ ਨਹੀਂ ਹੋਇਆ, ਉਹਨਾਂ ਦੀ ਕੋਈ ਮੁਲਾਕਾਤ ਨਹੀਂ ਹੋਈ। ਅੱਜ ਦੀ ਤਾਰੀਖ ਤੱਕ ਵੀ ਜਾਣ ਵਾਲੇ ਰਾਸ਼ਟਰਪਤੀ ਨੇ ਨਹੀਂ ਮੰਨਿਆ ਕਿ ਮੈਂ ਹਾਰ ਚੁੱਕਾ ਹੈਗਾ। ਉਹਨਾਂ ਨੇ ਹਾਰ ਨਹੀਂ ਮੰਨੀ। ਉਹ ਬਾਰ-ਬਾਰ ਅਜੇ ਵੀ ਕਹੀ ਜਾ ਰਹੇ ਹੈ ਕਿ ਮੇਰੇ ਨਾਲ ਧੋਖਾ ਹੋਇਆ, ਇਹ ਸਟੋਲਨ ਹੈ, ਇਹ ਹੈ। ਔਰ ਇਹਦੀ ਸਾਰੀ ਜਿਸ ਤਰੀਕੇ ਦੇ ਨਾਲ ਜਦੋਂ 6 ਤਰੀਕ ਨੂੰ ਸਰਟੀਫਾਈ ਕਰਨਾ ਹੁੰਦਾ ਹੈ ਕਾਂਗਰਸ ਵੱਲੋਂ, ਸੈਨੇਟ ਵੱਲੋਂ, ਉਹਦੇ ਵਿੱਚ ਹੁੰਦਾ ਹੈ ਉਹ ਸਿਰਫ ਮੋਹਰ ਲਗਾਣੀ ਹੁੰਦੀ ਹੈ ਵਾਈਸ ਪ੍ਰੈਜ਼ੀਡੈਂਟ ਨੇ। ਮਗਰ ਉਸ ਤੋਂ ਪਹਿਲਾਂ ਡੋਨਲਡ ਟਰੰਪ ਦੀ ਪਾਰਟੀ ਨੇ ਵਾਈਸ ਪ੍ਰੈਜ਼ੀਡੈਂਟ ਨੂੰ ਸਿੱਧੇ ਤੌਰ ਤੇ ਕਿਹਾ ਕਿ ਤੂੰ ਸਾਡਾ ਵਾਈਸ ਪ੍ਰੈਜ਼ੀਡੈਂਟ ਹੈ, ਤੂੰ ਉਹਦੇ ਤੇ ਦਸਤਖਤ ਨਹੀਂ ਕਰੇਗਾ। ਇਦਾਂ ਹੀ ਹੋ ਗਿਆ ਜਿਵੇਂ ਕਿਸੇ ਦਾ ਚੈੱਕ ਦੇਣਾ ਹੋਏ, ਸਾਈਨ ਨਹੀਂ ਕਰੇਗਾ ਜਿੰਨੀ ਦੇਰ ਉਹ ਵੈਲਿਡ ਨਹੀਂ ਹੋਏਗਾ। ਉਹ ਉਸਦੇ ਤੇ ਉਹਨਾਂ ਨੇ, ਡੋਨਲਡ ਟਰੰਪ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਮੇਰੇ ਸਪੋਰਟਰਸ ਆਣ, ਔਰ ਉਹ ਸਾਰੀ ਭੀੜ ਜਿਹੜੀ ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੀ ਭੀੜ ਸੀ, ਉੱਥੇ ਟਰੰਪ ਨੇ ਕਿਹਾ ਤੁਸੀਂ ਸਾਰੇ ਮੇਰੇ ਪਿੱਛੇ ਆਓ। ਇਹਨਾਂ ਲੈਜਿਸਲੇਚਰਸ ਨੂੰ, ਇਹਨਾਂ ਜਿਹੜੇ ਮੈਂਬਰ ਹੈਗੇ ਇਹਨਾਂ ਨੂੰ ਦੱਸ ਦੇਣਾ ਕਿ ਇਹ ਸਟੋਲਨ ਇਲੈਕਸ਼ਨ ਹੈ, ਇਹ ਨਹੀਂ ਸਰਟੀਫਾਈ ਕਰਨਗੇ, ਔਰ ਜੇ ਨਹੀਂ ਸਮਝਣਗੇ ਅਸੀਂ ਇਹਨਾਂ ਨੂੰ ਸਮਝਾਵਾਂਗੇ ਔਰ ਠੀਕ ਤਰੀਕੇ ਨਾਲ ਸਮਝਾਵਾਂਗੇ।
ਔਰ ਉਹਦੇ ਤੇ ਉਹਨਾਂ ਨੇ ਕਿਹਾ ਕਿ ਮੈਂ ਤੁਹਾਡੇ ਨਾਲ ਚੱਲਾਂਗਾ, ਤੁਸੀਂ ਮੇਰੇ ਨਾਲ ਆਓ ਔਰ ਅਸੀਂ ਸਿੱਧੇ ਪਾਰਲੀਮੈਂਟ। ਹੁਣ ਦੁਨੀਆ ਦੀ ਸਭ ਤੋਂ ਜ਼ਿਆਦਾ ਸਿਕਿਉਰਡ ਇਮਾਰਤ ਜਿਹੜੀ ਹੈ ਉਹ ਕੈਪੀਟਲ ਹਿਲਸ ਹੈ, ਉਹਨੂੰ ਕੈਪੀਟਲ ਕਹਿੰਦੇ ਹੈ, CAPITOL, ਉਹ ਜਿਹੜੀ ਕਿ ਉੱਥੇ ਪਾਰਲੀਮੈਂਟ ਕਹਿ ਲਓ ਸਾਰਾ ਉਹਨਾਂ ਦਾ ਹੈਗਾ। ਮੈਂ ਵੀ ਉੱਥੇ ਗਿਆ ਔਰ ਮੈਨੂੰ ਪਤਾ ਹੈ ਕਿ ਸਿਕਿਉਰਿਟੀ ਕਿੰਨੀ ਜ਼ਿਆਦਾ, ਕਿੰਨੀਆਂ ਲਾਂਘਿਆਂ 'ਚ ਜਾਣਾ ਪੈਂਦਾ। ਪਰ ਅਫਸੋਸ ਹੈ ਇਹਨਾਂ ਸਾਰਿਆਂ ਨੂੰ ਇੱਕ ਖੁੱਲ੍ਹੇਆਮ ਸੱਦਾ ਦੇ ਕੇ ਉਸ ਮੌਬ ਨੂੰ, ਹੁਣ ਜਿਵੇਂ ਕਹਿੰਦੇ ਨੇ ਮੌਬ ਹੈਜ਼ ਮੈਨੀ ਹੈਡਸ ਬਟ ਨੋ ਬ੍ਰੇਨ, ਮਗਰ ਉਹਨਾਂ ਸਾਰੀ ਭੀੜ ਨੂੰ ਅਗਵਾਈ ਦੇ ਕੇ ਟਰੰਪ ਸਾਹਿਬ ਬੁਲਟ ਪ੍ਰੂਫ ਗੱਡੀ ਦੇ ਵਿੱਚ ਉਹ ਵਾਪਸ ਵਾਈਟ ਹਾਊਸ ਆ ਗਏ ਔਰ ਟੀਵੀ ਦੇ ਉੱਤੇ ਉਹ ਸਾਰਾ ਤਮਾਸ਼ਾ ਦੇਖਦੇ ਰਹੇ। ਔਰ ਜਿਸ ਵੇਲੇ ਅੰਦਰ ਜਿਹੜਾ ਕੁਝ ਹੋਇਆ ਹੈਗਾ ਉਹ ਕਿਸੇ ਦੇ ਚਿੱਤ ਚੇਤੇ ਨਹੀਂ, ਕੋਈ ਸੋਚ ਨਹੀਂ ਸਕਦਾ, ਕੋਈ ਖਾਬੋ ਖਿਆਲ ਵੀ ਨਹੀਂ ਕਰ ਸਕਦਾ ਕਿ ਉਹ ਭੀੜ ਜਿਸ ਵੇਲੇ ਅੰਦਰ ਜਾ ਰਹੀ ਹੈ, ਪੁਲਿਸ ਵਾਲੇ ਲਾਈਨ ਵਿੱਚ ਲਗਾ ਕੇ ਤੇ ਸਾਈਡ ਵਿੱਚ ਖੜੇ ਹੋਏ ਹੈ, ਔਰ ਉਹ ਭੀੜ ਜਿੱਥੇ ਇੰਨੀਆਂ ਬੈਰੀਕੇਡਸ ਹੈਗੇ ਹੈ, ਇੰਨੇ ਉੱਥੇ ਮੈਟਲ ਡਿਟੈਕਟਰ ਹੈ, ਉਹ ਬੜੇ ਆਰਾਮ ਨਾਲ, ਔਰ ਜਿੱਥੇ ਖਿੜਕੀਆਂ ਸੀ ਉੱਥੇ ਤੋੜੀਆਂ, ਸਾਰਾ ਕੁਝ ਕੀਤਾ। ਪਰ ਇਹ ਇੱਕ ਪਾਸਾ ਹੈ। ਦੂਜੇ ਪਾਸੇ ਜਿਹੜੀ ਬਾਰ-ਬਾਰ ਇੱਥੇ ਟੀਵੀ ਦੇ ਉੱਤੇ ਦਿਖਾਇਆ ਜਾ ਰਿਹਾ ਜਿਹੜਾ ਤਸ਼ੱਦਦ ਹੋਇਆ ਹੈ, ਇੱਕ ਪੁਲਿਸ ਆਫੀਸਰ, ਉਸਦੇ ਸਿਰ ਦੇ ਉੱਤੇ ਫਾਇਰ ਐਕਸਟਿੰਗੁਇਸ਼ਰ, ਅੱਗ ਬੁਝਾਉਣ ਵਾਲਾ ਜਿਹੜਾ ਹੁੰਦਾ ਹੈ, ਉਹ ਮਾਰ ਕੇ ਉਹਦਾ ਸਿਰ ਫੇਰ ਦਿੱਤਾ ਗਿਆ ਔਰ ਉਹ ਚੀਕਾਂ ਮਾਰ ਰਿਹਾ, ਦੁਹਾਈਆਂ ਦੇ ਰਿਹਾ ਹੈਗਾ, ਔਰ ਇਤਨਾ ਤਸ਼ੱਦਦ ਕੀਤਾ ਗਿਆ। 5 ਬੰਦੇ ਉਹਨਾਂ ਦੀ ਮੌਤ ਹੋਈ, ਇੱਕ ਔਰਤ ਦੀ ਵੀ ਮੌਤ ਹੋਈ ਹੈ, ਇੱਕ ਪੁਲਿਸ ਵਾਲੇ ਦੀ ਹੋਈ ਹੈ। ਔਰ ਉਹ ਬੜੇ ਇੱਕ ਤਾਂ ਇੱਥੇ ਤੱਕ ਹੋਇਆ, ਇੱਕ ਪੁਲਿਸ ਵਾਲਾ ਉਹਨਾਂ ਨਾਲ ਸੈਲਫੀ ਲੈ ਰਿਹਾ ਜਿਵੇਂ ਕੋਈ ਪਿਕਨਿਕ ਹੁੰਦੀ ਹੈਗੀ ਹੈ, ਔਰ ਉਹ ਸਾਰੀਆਂ ਤਸਵੀਰਾਂ ਜਿਵੇਂ ਕੋਈ ਡਰ ਨਹੀਂ, ਜਿਹਨੂੰ ਕਹਿੰਦੇ ਸਈਆਂ ਬਹਿ ਕੋਤਵਾਲ, ਉਹ ਗੱਲ ਹੋ ਗਈ ਕਿ ਹੁਣ ਕਿਹਦਾ ਡਰ ਹੈ, ਸਾਨੂੰ ਤੇ ਪ੍ਰੈਜ਼ੀਡੈਂਟ ਨੇ ਖੁਦ ਸੱਦਾ ਦਿੱਤਾ ਹੈ। ਉਹ ਅੰਦਰ ਇਦਾਂ ਘੁੰਮ ਰਹੇ ਸੀਗੇ ਜਿਵੇਂ ਕੋਈ ਸੈਰਗਾਹ ਹੁੰਦੀ ਹੈ, ਕੋਈ ਮਿਊਜ਼ੀਅਮ ਵਿੱਚ ਆਏ ਹੈ। ਔਰ ਉਹ ਸਾਰਾ ਕੁਝ ਹੋ ਕੇ ਇਹਦਾ ਜਿਹੜਾ ਹਨੇਰਾ ਪੱਖ ਇਹ ਹੈ ਕਿ ਅਮਰੀਕਾ ਡੈਮੋਕ੍ਰੇਸੀ ਦਾ ਅਲੰਬਰਦਾਰ ਸੀ, ਵਾਕਈ ਇੱਥੇ ਕਾਨੂੰਨ ਸੀ। ਤੁਸੀਂ ਕਦੀ ਇਹਨਾਂ ਦੀ ਕਦੀ ਮੀਟਿੰਗਸ ਦੇਖੋ, ਕਦੀ ਕੋਈ ਨਹੀਂ ਹੁੰਦਾ ਕਿਸੇ ਨੂੰ ਕੋਈ ਰੋਲਾ ਪਾ ਰਿਹਾ ਹੋਏ, ਕੋਈ ਕਿਸੇ ਤੋਂ ਖੋ ਰਿਹਾ ਹੋਏ, ਕੁਝ ਕਰ ਰਿਹਾ, ਬੜੇ ਆਰਾਮ ਨਾਲ ਆਪਣਾ ਆਰਗੂਮੈਂਟਸ ਦਿੰਦੇ ਆ, ਹਰ ਕੋਈ ਕਰਦਾ। ਔਰ ਸਭ ਤੋਂ ਵੱਡੀ ਗੱਲ ਜਿਹੜਾ ਨਜ਼ਰ ਆਉਂਦਾ ਹੈ, ਫਰਕ ਬਾਹਰੋਂ ਆ ਕੇ ਜ਼ਿਆਦਾ ਨਜ਼ਰ ਆਉਂਦਾ ਹੈ, ਸੈਨੇਟ ਦੇ ਵਿੱਚ 100 ਮੈਂਬਰ ਹੁੰਦੇ ਆ, ਇੱਕ ਪਾਰਟੀ ਦੇ 48 ਹੈ, ਇੱਕ ਦੇ 50 ਹੈ। ਹੁਣ ਦੋਨਾਂ ਦੇ 50-50 ਹੋ ਗਏ। ਮੈਂ ਉਹੀ ਸੋਚ ਰਿਹਾ ਸੀ ਜੇ ਹੋਰ ਉੱਥੇ ਆਪਣੇ ਹੁੰਦਾ ਤੇ ਭਾਵੇਂ ਉਹ ਘੰਟੇ ਦੇ ਅੰਦਰ ਉਹ 60-40 ਦਾ ਰੇਸ਼ੀਓ ਹੋ ਜਾਣਾ ਸੀਗਾ, ਮਗਰ ਉਹ 50 ਚੋਂ ਇੱਕ ਵੀ ਨਾ ਇਧਰੋਂ ਉੱਡ ਕੇ ਦੂਜੇ ਪਾਸੇ ਨਹੀਂ ਜਾਂਦਾ। ਇਹ ਕਬੂਤਰ ਆਪਣੀ ਟਾਹਣੀ ਦੇ ਉੱਤੇ ਬੈਠੇ ਰਹਿੰਦੇ ਆ, ਇਹਨਾਂ 'ਚ ਕੋਈ ਚੇਂਜ ਨਹੀਂ ਆਉਂਦੀ। ਔਰ ਇਸ ਦਾ ਸਭ ਤੋਂ ਵੱਧ ਨੁਕਸਾਨ ਇਹ ਹੋਇਆ ਕਿ ਅਮਰੀਕਾ ਦੇ ਜਿਹੜੇ ਐਲਾਈਜ਼ ਹੈ ਸੀ, ਜਿਹੜੇ ਇਹਨਾਂ ਦੇ ਸਾਥੀ ਮੁਲਕ ਸੀ, ਹਮਾਇਤੀ ਮੁਲਕ ਸਨ, ਯੂਰਪ ਦੇ ਸੀਗੇ ਜਿਹੜੇ, ਉਹ ਸਾਰੇ ਹਰ ਜਗ੍ਹਾ ਇਹਨਾਂ ਦੀ ਹਮਾਇਤ ਕਰਦੇ ਸਨ। ਉਹ ਪਹਿਲਾਂ ਹੀ ਨਾਰਾਜ਼ ਹੋ ਗਏ ਸੀ। ਇਹਨਾਂ ਦੀ ਦੋਸਤੀ ਉਹਨਾਂ ਮੁਲਕਾਂ ਨਾਲ ਹੋਈ ਜਿਹੜੇ ਡਿਕਟੇਟਰ ਸਨ, ਉਹਦੇ 'ਚ ਉਹਨਾਂ ਮੁਲਕਾਂ ਨਾਲ, ਚੀਨ ਨਾਲ ਹੋ ਗਈ, ਰੂਸ ਨਾਲ ਹੋ ਗਈ, ਜਾਂ ਕੋਰੀਆ ਨਾਲ ਹੋ ਗਈ, ਉਹਨਾਂ ਦੇ ਨਾਲ ਇਹਨਾਂ ਦੀ ਜਿਹੜੀ ਨਾਰਥ ਕੋਰੀਆ ਨਾਲ ਹੋਈ। ਔਰ ਉਹ ਹੁਣ ਇਹਦਾ ਮਜ਼ਾਕ ਉਡਾ ਰਹੇ ਆ। ਨਹੀਂ ਤਾਂ ਅਮਰੀਕਾ ਮਜ਼ਾਕ ਉਡਾਉਂਦਾ ਸੀ ਕਿ ਰੂਸ ਦੇ ਵਿੱਚ ਇਲੈਕਸ਼ਨ ਆਫਿਸ ਦੇ ਵਿੱਚ ਚੋਰੀ ਹੋ ਗਈ ਔਰ ਆਉਣ ਵਾਲੇ ਸਾਲ ਦਾ ਇਲੈਕਸ਼ਨ ਰਿਜ਼ਲਟ ਚੋਰੀ ਹੋ ਗਿਆ। ਸੋ ਇਹ ਉਲਟੇ ਪਾਸੇ ਹੁਣ ਇਹ ਹੋਈ ਹੈ ਕਿ ਜਦੋਂ ਅਗਰ ਹਾਕਮ, ਦੇਖੋ ਮੁਲਕ ਬਣਦਾ, ਪਬਲਿਕ ਬਣਾਉਂਦੀ ਹੈ ਔਰ ਬੜੀਆਂ ਕੁਰਬਾਨੀਆਂ ਦੇਣੀਆਂ ਪਈਆਂ ਪਈਆਂ, ਔਰ ਇਹਨਾਂ ਨੇ ਸਿਧਾਂਤ ਘੜੇ ਆ। ਇਹਨਾਂ ਦੀ ਕਨਸਟੀਟਿਊਸ਼ਨ ਅਮਰੀਕਾ ਦੀ ਤੁਸੀਂ ਦੇਖੋਗੇ ਕਿ ਸਿਰਫ ਛੋਟੇ ਸਾਈਜ਼ ਦੇ 15-16 ਪੰਨੇ ਹੈ ਜਿਹੜੇ 2 ਫੁੱਲ ਸਕੇਪ ਪੰਨਿਆਂ 'ਚ ਆ ਜਾਂਦੀ ਹੈ। ਇੰਨੇ ਵੱਡੇ ਮੁਲਕ ਨੂੰ ਜਿਹੜਾ ਇਹ ਸੰਵਿਧਾਨ ਜਿਹੜਾ ਚਲਾ ਰਿਹਾ, ਜਿਵੇਂ ਐਰਾਵਤ ਦੇ ਹੱਥ, ਉਹ ਜਿਹੜੇ ਮਹਾਵਤ ਦੇ ਹੱਥ ਇੱਕ ਛੋਟਾ ਜਿਹਾ ਡੰਡਾ ਹੁੰਦਾ, ਉਹਦੇ ਨਾਲ ਉਹ ਹਾਥੀ ਨੂੰ ਹੱਕ ਲੈਂਦਾ। ਸੋ ਉਹ ਸੰਵਿਧਾਨ ਇਸ ਮੁਲਕ ਨੂੰ ਚਲਾ ਰਿਹਾ ਸੀ। ਪਰ ਅੱਜ ਉਸ ਸੰਵਿਧਾਨ ਦੇ ਉੱਤੇ ਇਹ ਜਿਹੜਾ ਸੰਵਿਧਾਨਕ ਸੰਕਟ ਖੜਾ ਹੋ ਗਿਆ ਕਿ ਜੇ ਉਸ ਦਿਨ 6 ਦਿਨ ਉਹ ਨਾ ਹੁੰਦਾ, 6 ਤਰੀਕ ਨੂੰ ਉਹ ਨਾ ਸਰਟੀਫਾਈ ਕਰਦਾ, ਇਹਨਾਂ ਦੀ ਕੋਸ਼ਿਸ਼ ਵੀ ਇਹੀ ਸੀ ਉਹ ਕਿਸੇ ਤਰੀਕੇ ਨਾਲ ਡਿਲੇ ਹੋ ਜਾਏ। ਔਰ ਦੇਖੋ ਜਦੋਂ 6 ਤਰੀਕ ਨੂੰ ਇਤਨਾ ਹੰਗਾਮਾ ਹੋਇਆ, ਉੱਥੇ ਕਤਲੋਗਾਰਤ ਹੋਈ ਹੈ, ਉਹਦੇ ਅੰਦਰ ਜਿਹੜੇ ਬੰਦੇ ਹੋਇਆ ਹੈ, ਔਰ ਉਸ ਤੇ ਇਹਨਾਂ ਦੀ ਦ੍ਰਿੜਤਾ, ਇਹਨਾਂ ਦੀ ਕਮਿਟਮੈਂਟ,
ਇਹਨਾਂ ਦੀ ਸਟੇਟਸਮੈਨਸ਼ਿਪ ਤੁਸੀਂ ਦੇਖੋ ਕਿ 3 ਘੰਟੇ ਬਾਅਦ ਦੁਬਾਰਾ ਸੈਸ਼ਨ ਹੋ ਰਿਹਾ ਔਰ ਉਹ ਬਕਾਇਦਾ ਪ੍ਰੋਸੀਡਿੰਗ ਹੋਈਆਂ ਔਰ ਉਹਦੇ ਵਿੱਚ ਜੀ ਲਾਂਬਾ ਸਾਹਿਬ, ਮੈਂ 3 ਗੱਲਾਂ ਇਹਦੇ ਚ ਸਪਸ਼ਟ ਕਰਨਾ ਚਾਹੂੰਗਾ। ਜਿਹੜੇ ਸਾਥੀ ਬਾਅਦ ਦੇ ਵਿੱਚ ਜੁੜੇ ਆ, ਅਸੀਂ ਗੱਲ ਕਰ ਰਹੇ ਆ ਕਿਸੇ ਵੀ ਰਾਸ਼ਟਰ ਦੀ ਬੁਨਿਆਦ, ਉਹਦੇ ਸੰਕਲਪ, ਉਹਦੇ ਸਿਧਾਂਤ ਤੇ ਉਹਦੀ ਲੀਡਰਸ਼ਿਪ। ਸਵਾਲ ਸਭ ਤੋਂ ਵੱਡਾ ਜਿਹੜਾ ਲਾਂਬਾ ਸਾਹਿਬ ਨੇ ਖੜਾ ਕੀਤਾ, 3 ਨੁਕਤੇ ਮੈਨੂੰ ਬਹੁਤ ਚੰਗੇ ਲੱਗੇ। ਉਹ 3 ਨੁਕਤਿਆਂ ਦੇ ਉੱਤੇ ਅਸੀਂ ਗੱਲ ਨੂੰ ਅੱਗੇ ਵਧਾਵਾਂਗੇ। ਸਭ ਤੋਂ ਪਹਿਲੀ ਗੱਲ ਤੇ ਇਹ ਹੈ ਕਿ ਜਿਵੇਂ ਯੂਨੀਅਨ ਆਫ ਇੰਡੀਆ ਹੈ, ਇਸੇ ਤਰ੍ਹਾਂ ਯੂਨਾਈਟਿਡ ਸਟੇਟਸ ਹੈ। ਸੋ ਜਦੋਂ ਅਸੀਂ ਅਮਰੀਕਾ ਨੂੰ ਕੰਪੈਰੀਜ਼ਨ ਚ ਲਿਆਉਂਦੇ ਆ ਔਰ 50 ਸਟੇਟਾਂ ਨੂੰ ਇਕੱਠਾ ਕਰਕੇ ਇੱਕ ਫੈਡਰਲ ਗਵਰਨਮੈਂਟ ਬਣਦੀ ਹੈ, ਇੱਕ ਢਾਂਚਾ ਬਣਦਾ ਹੈ, ਲੇਕਿਨ ਉਹ 50 ਦੇ 50 ਪੂਰਨ ਰੂਪ ਚ ਖੁਦ ਮੁਖਤਾਰ ਨੇ, ਆਜ਼ਾਦ ਨੇ ਫੈਸਲੇ ਲੈਣ ਲਈ। ਸੈਕੰਡ, ਹਰੇਕ ਸਟੇਟ ਵਿੱਚੋਂ 2 ਮੈਂਬਰ ਚੁਣ ਕੇ ਆਉਂਦੇ ਆ ਤਾਂ ਕਿ ਸੱਤਾ ਦਾ ਬੈਲੈਂਸ ਬਣਿਆ ਰਵੇ। ਹਰੇਕ ਸਟੇਟ ਦੇ ਵਿੱਚੋਂ, ਜਿਵੇਂ ਸਾਡੇ ਇੱਥੇ ਵੱਖ-ਵੱਖ ਪੱਧਰਾਂ ਤੇ ਸੂਬੇ ਦੇ ਆਕਾਰ ਤੇ ਲੋਕਾਂ ਦੀ ਗਿਣਤੀ, ਸਿਰਾਂ ਦਾ ਜਿਹੜਾ ਗਣਾਤਮਕ ਪਹਿਲੂ ਆ, ਉਸ ਨਜ਼ਰੀਏ ਤੋਂ ਸਾਡੇ ਇੱਥੇ ਮੈਂਬਰ ਪਾਰਲੀਮੈਂਟ ਬਣਦੇ ਆ, ਜਾਂ ਜਿਹੜੀਆਂ ਸਾਡੀਆਂ ਕਨਸਟੀਟੂਐਂਸੀਜ਼, ਜਿਹੜੇ ਸਾਡੇ ਹਲਕੇ ਆ, ਉਸ ਤਰੀਕੇ ਨਾਲ ਬਣਦੇ ਆ ਕਿ ਇੱਥੇ 10 ਲੱਖ ਵੋਟ ਹੈ, ਇੱਥੋਂ ਇੱਕ MP ਚੁਣ ਲਓ। ਲੇਕਿਨ ਉਹਨਾਂ ਅਮਰੀਕਾ ਦੇ ਵਿੱਚ 50 ਸਟੇਟਾਂ ਚੋਂ ਹਰੇਕ ਚੋਂ 2 ਮੈਂਬਰ ਪਾਰਲੀਮੈਂਟ ਕਹਿ ਲਓ ਜਾਂ ਸੈਨੇਟਰ ਕਹਿ ਲਓ ਚੁਣ ਕੇ ਜਾਂਦੇ ਆ, ਔਰ ਹਰੇਕ ਸਟੇਟ ਦੀ ਇੱਕੋ ਜੀ ਨੁਮਾਇੰਦਗੀ ਆ। ਕਿਸੇ ਨਾਲ ਵੀ ਜ਼ਿਆਦਤੀ ਦਾ ਖਦਸ਼ਾ ਨਹੀਂ ਰਹਿੰਦਾ। ਜਿਵੇਂ ਸਾਡੇ ਯੂਪੀ ਦੇ ਵਿੱਚ 85 ਆ ਔਰ ਪੰਜਾਬ ਦੇ ਵਿੱਚ 13 ਨੂੰ ਕੋਈ ਗੌਲਦਾ ਹੀ ਨਹੀਂ। 85 ਵਾਲੇ ਦਾ ਮੁੱਲ ਸਦਾ ਵੱਧ ਰਹਿੰਦਾ ਹੈ, ਭਾਵੇਂ ਸਿਰੜ ਵੱਖ-ਵੱਖ ਹੈ, ਇਲਾਕਾਈ ਲੋੜਾਂ ਵੱਖ-ਵੱਖ ਨੇ, ਲੋਕਾਂ ਦੀਆਂ ਮੁਸ਼ਕਲਾਂ ਅਲੱਗ-ਅਲੱਗ ਨੇ, ਔਰ ਜਿਹੜੇ ਅੰਤਰਰਾਸ਼ਟਰੀ ਬਾਰਡਰ ਹੈ ਸਭ ਤੋਂ ਵੱਧ ਪੰਜਾਬ ਝੇਲਦਾ ਹੈ। ਇਹ ਵੱਡੇ ਸਵਾਲ ਆ, ਲੇਕਿਨ 13 ਹੋਣ ਕਰਕੇ ਸਾਡਾ ਮੁੱਲ ਕੋਈ ਨਹੀਂ ਪੈਂਦਾ। ਜਿਹੜੇ ਜਾਂਦੇ ਵੀ ਆ ਉਹ ਵੀ ਉੱਥੇ ਬੋਲਦੇ ਨਹੀਂ। ਇਸ ਤੋਂ ਅਗਲਾ ਸਵਾਲ ਜਿਹੜਾ ਲਾਂਬਾ ਸਾਹਿਬ ਉਠਾ ਰਹੇ ਆ, ਉਹ ਇਹ ਹੈ ਕਿ ਉੱਥੇ ਚੁਣੇ ਹੋਏ ਬੰਦੇ ਵਿਕਦੇ ਨਹੀਂ। ਇਹ ਵਿਕਦੇ ਨਹੀਂ। ਦੇਸ਼ ਦੇ ਵਿੱਚ ਸਾਡੇ ਕਈ ਸਟੇਟਾਂ ਦੇ ਵਿੱਚ ਇੰਜ ਹੋ ਚੁੱਕਿਆ ਕਿ ਗਵਰਨਮੈਂਟ ਕਿਸੇ ਦੀ ਬਣਦੀ ਆ, ਲੋਕ ਫਤਵਾ ਕਿਸੇ ਨੂੰ ਮਿਲਦਾ, ਬਾਅਦ ਦੇ ਵਿੱਚ ਟੁੱਟ ਭੱਜ। ਭਾਵੇਂ ਕਿ ਇਹਦੇ ਵਿੱਚ ਇੱਕ ਇਹ ਵੀ ਕਾਨੂੰਨ ਆ ਕਿ ਤੁਸੀਂ ਜਿੱਤ ਕੇ ਕਿਸੇ ਪਾਰਟੀ ਵੱਲੋਂ ਦੂਜੀ ਵੱਲ ਨਹੀਂ ਜਾ ਸਕਦੇ, ਲੇਕਿਨ ਉਹਦੇ ਚ ਵੀ ਕਈ ਚੋਰ ਮੋਰੀਆਂ ਲੱਭ ਲੀਆਂ ਗਈਆਂ ਨੇ। ਉਹਦੇ ਵਿੱਚ ਵੀ ਗਿਣਤੀ ਦੇ ਪੱਖ ਤੋਂ ਜਿੰਨੇ ਹੋਣਗੇ ਜਾ ਸਕਦੇ ਆ। ਸੋ ਲੋਕਾਂ ਨੇ ਇੱਥੇ ਜਿਹੜਾ ਵਿਕਣ ਵਿਕਾਉਣ ਦਾ ਸਿਲਸਿਲਾ ਜਿੱਤ ਕੇ ਆਉਣ ਤੋਂ ਬਾਅਦ ਉੱਥੇ ਅਜੇ ਤੱਕ ਨਹੀਂ ਹੋਇਆ। ਸੋ ਲਾਂਬਾ ਸਾਹਿਬ, ਕੁਝ ਸਮਾਨਤਾਵਾਂ ਦੇ ਬਾਵਜੂਦ ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਹੋ, ਇੱਕ ਚੀਜ਼ ਮੈਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਦੀ ਹੈ ਕਿ ਉਹ ਲੋਕ ਜਿਨ੍ਹਾਂ ਦੇ ਪਰਦਾਦਾਰੀ ਇਹ ਸੀ ਕਿ ਇਹਨਾਂ ਤੋਂ ਜ਼ਿਆਦਾ ਸੱਭਿਅਕ ਕੋਈ ਨਹੀਂ। ਜਦੋਂ ਇੱਕ ਕਾਲੇ ਰੰਗ ਦੇ ਇਨਸਾਨ, ਮੈਂ ਇਹ ਲਫ਼ਜ਼ ਵਾਪਸ ਲੈ ਲਿਆ ਨਾਲ ਹੀ, ਲੇਕਿਨ ਕਿਉਂਕਿ ਮੈਨੂੰ ਬੋਲਣਾ ਪੈਣਾ, ਇੱਕ ਸਿਆਹ ਫਾਮ ਨੂੰ ਕਤਲ ਕਰਤਾ ਜਾਂਦਾ, ਪੁਲਿਸ ਦੀ ਗੋਲੀ ਮਾਰਤੀ ਜਾਂਦੀ ਆ, ਔਰ ਜਦੋਂ ਉੱਥੇ ਪੂਰੇ ਦੇਸ਼ ਦੇ ਵਿੱਚ ਅੱਗ ਫੈਲ ਜਾਂਦੀ ਆ, ਲੋਕ ਮੌਕਾ ਬਾ ਮੌਕਾ ਲੁੱਟ ਖੋਹ ਤੇ ਉਤਾਰੂ ਹੋ ਜਾਂਦੇ। ਜਿਹੜੇ ਕਿਸੇ ਦੀ ਚੀਜ਼ ਨੂੰ ਹੱਥ ਨਹੀਂ ਸੀ ਲਾਉਂਦੇ, ਉਹ ਸ਼ਰੇਰਾਹ ਗੱਡੀਆਂ ਰੋਕ ਕੇ ਸਟੋਰਾਂ ਚੋਂ ਸਮਾਨ ਚੁੱਕ ਕੇ ਗੱਡੀਆਂ 'ਚ ਸੁੱਟਦੇ ਨਜ਼ਰ ਆਏ। ਭਾਵੇਂ ਕੈਮਰਿਆਂ ਦੀ ਨਜ਼ਰ ਸੀ, ਕੁਝ ਵੀ ਸੀ, ਲੋਕਾਂ ਦੀਆਂ ਉਹ ਦੱਬੀਆਂ ਭਾਵਨਾਵਾਂ। ਕਿ ਬਹੁਤ ਦੇਰ ਡਿਸਪਲਿਨ 'ਚ ਰੱਖੋਗੇ, ਲੇਕਿਨ ਅੰਦਰ ਉਹੀ ਕੁਝ ਆ ਜੋ ਵਿਸ਼ਵ ਦੇ ਸਭ ਤੋਂ ਗਰੀਬ ਮੁਲਕਾਂ 'ਚ ਹੁੰਦਾ ਹੈ। ਅੱਜ ਦੂਜੀ ਵਾਰੀ ਇਹ ਵਾਪਰਿਆ ਕਿ ਦੇਸ਼ ਦੀ ਪਾਰਲੀਮੈਂਟ, ਸਭ ਤੋਂ ਸੁਪਰ ਪਾਵਰ ਦੀ ਪਾਰਲੀਮੈਂਟ ਦੇ ਵਿੱਚ ਹੁੜਦੰਗ ਮੱਚਦਾ ਹੈ, ਲੇਕਿਨ ਦਿੱਲੀ ਦੇ ਬਾਰਡਰਸ ਤੇ ਸੈਲਫ ਡਿਸਪਲਿਨ ਹੈ। ਇਹ 2 ਪਹਿਲੂ ਆ, ਇਹ 2 ਸੱਭਿਅਤਾਵਾਂ ਨੇ, ਇਹ ਦੋ ਕੌਮਾਂ ਦਾ, 2 ਰਾਸ਼ਟਰੀਅਤ ਦਾ ਆਪਣਾ ਆਪਣਾ ਲੋਕਾਂ ਦਾ ਵਿਹਾਰ ਹੈ, ਕਿਰਦਾਰ ਹੈ। ਸੋ ਮੈਂ ਇਹ ਜ਼ਰੂਰ ਅੱਗੇ ਤੁਹਾਡੇ ਤੋਂ ਜਾਣਨਾ ਚਾਹੂੰਗਾ ਕਿ ਇਹਨੂੰ ਕਿਵੇਂ ਪ੍ਰਭਾਸ਼ਿਤ ਕਰੋਗੇ, ਕਿਵੇਂ ਪ੍ਰਭਾਸ਼ਿਤ ਕਰੋਗੇ। ਅਸੀਂ ਸਦਾ ਲੜਦੇ ਰਹੇ, ਕੇਂਦਰ ਧੱਕਾ ਕਰ ਜਾਂਦਾ ਹੈ ਕਿਉਂਕਿ ਸਾਡੀ ਆਟੇ 'ਚ ਲੂਣ ਬਰਾਬਰ ਨੁਮਾਇੰਦਗੀ ਹੈ। ਕਿਉਂ ਨਹੀਂ ਖਿੱਤਿਆਂ ਦੇ ਆਧਾਰ ਤੇ, ਉੱਥੋਂ ਦੀਆਂ ਮੁਸ਼ਕਲਾਂ ਦੇ ਆਧਾਰ ਤੇ, ਉੱਥੋਂ ਦੇ ਖਤਰਿਆਂ ਦੇ ਆਧਾਰ ਤੇ ਕਿਸੇ ਨੂੰ ਆਂਕਿਆ ਜਾਂਦਾ? ਜੀ, ਮੈਂ ਰੰਧਾਵਾ ਸਾਹਿਬ ਥੋੜਾ ਜਿਹਾ ਸਪਸ਼ਟ ਕਰ ਦਿਆਂ ਇੱਕ ਚੀਜ਼ ਨੂੰ। ਜਿਵੇਂ ਹਿੰਦੁਸਤਾਨ ਦੇ ਵਿੱਚ ਵੀ, ਭਾਰਤ ਵਿੱਚ ਵੀ, ਜਿਵੇਂ 2 ਅਪਰ ਹਾਊਸ ਐਂਡ ਲੋਅਰ ਹਾਊਸ ਹੈਗਾ, ਲੋਕ ਸਭਾ ਤੇ ਰਾਜ ਸਭਾ ਹੈਗੀ ਹੈ। ਇੱਥੇ ਜਿਹੜੀ ਸੈਨੇਟ ਹੈ ਉਹ ਅਪਰ ਹਾਊਸ ਹੈ, ਉਹਦੇ ਵਿੱਚ 100 ਮੈਂਬਰ ਹੈ 50 ਦਾ, ਮਗਰ ਜਿਹੜੀ ਦੂਜੀ ਹੈਗੀ ਹੈ ਲੋਅਰ ਹਾਊਸ ਹੈ, ਉਹਦੇ ਵਿੱਚ ਗਿਣਤੀ ਬਰਾਬਰ ਨਹੀਂ ਹੈ ਸਟੇਟਾਂ ਦੀ। ਪਰ ਕੋਈ ਵੀ ਕਾਨੂੰਨ ਜਿਹੜਾ ਫਿਰ ਉੱਤੇ ਜਾ ਕੇ ਸੈਨੇਟ ਵਿੱਚ ਜਾਂਦਾ ਹੈ, ਉੱਥੇ ਜਿਹੜਾ ਉਹ ਤਵਾਜ਼ਨ ਹੈਗਾ, ਉਹਦੇ ਵਿੱਚ ਬੈਲੈਂਸ ਹੈਗਾ, ਉਹ ਬੈਲੈਂਸ ਰੱਖਿਆ ਹੋਇਆ। ਹੁਣ ਰਹਿ ਗਈ ਗੱਲ, ਤੁਸੀਂ ਗੱਲ ਕੀਤੀ ਹੈ ਥੋੜਾ ਜਿਹਾ ਦੋਨਾਂ ਨੂੰ ਕੰਪੇਅਰ ਕੀਤਾ, ਤੇ ਕੰਪੈਰੀਜ਼ਨ ਜਿਹੜਾ ਹੈਗਾ ਸਹੀ ਵੀ ਹੈ ਔਰ ਗਲਤ ਵੀ ਹੈ
ਕਿਉਂਕਿ ਸਹੀ ਇਸ ਕਰਕੇ ਹੈ ਕਿ ਜਿਹੜਾ ਅਮਰੀਕਾ ਦਾ ਸੰਵਿਧਾਨ ਹੈ ਜੀ ਤਕਰੀਬਨ ਉਹ ਸਾਰਾ ਜਦੋਂ ਖੋਲੋਗੇ ਦੇਖੋਗੇ ਪਹਿਲਾ ਵਰਕਾ ਜਿਹੜਾ ਹੈ, ਉਹ ਹੀ ਲੱਗਦਾ ਹੈ ਜਿਵੇਂ ਤੁਸੀਂ ਅਮਰੀਕਾ ਦਾ ਸੰਵਿਧਾਨ ਤੇ ਭਾਰਤ ਦਾ ਸੰਵਿਧਾਨ ਇੱਕੋ ਜਿਹਾ ਨਜ਼ਰ ਆਉਂਦਾ ਹੈ। ਉਹਦੇ ਵਿੱਚ ਲਿਖਿਆ ਵੀ ਦਾ ਪੀਪਲ ਤੋਂ ਉਹ ਗੱਲ ਸ਼ੁਰੂ ਹੁੰਦੀ ਹੈ। ਔਰ ਉਹ ਜਿਹੜੀ ਗੱਲ ਹੁੰਦੀ ਹੈ ਜਿਸ ਨੂੰ ਲਿੰਕਨ ਨੇ ਵੀ ਕਿਹਾ ਸੀ ਕਿ ਦ ਡੈਮੋਕ੍ਰੇਸੀ ਇਜ਼ ਦ ਗਵਰਨਮੈਂਟ ਆਫ ਦ ਪੀਪਲ ਬਾਈ ਦ ਪੀਪਲ ਐਂਡ ਫॉर ਦ ਪੀਪਲ। ਹੁਣ ਉਹ ਕਹਿ ਰਹੇ ਹੈ, ਕਹਿੰਦੇ ਅਸੀਂ ਅਗਰ ਪਾਰਲੀਮੈਂਟ ਵਿੱਚ ਪਹੁੰਚ ਗਏ ਹਾਂ, ਅਸੀਂ ਕੈਪੀਟਲ ਵਿੱਚ ਪਹੁੰਚ ਗਏ ਹਾਂ, ਇਹ ਹਾਊਸ ਸਾਡਾ ਹੈ, ਕਿਉਂਕਿ ਲਿੰਕਨ ਨੇ ਕਿਹਾ ਸੀਗਾ ਇਟ ਇਜ਼ ਆਫ ਦਾ ਪੀਪਲ ਬਾਈ ਦਾ ਪੀਪਲ ਐਂਡ ਫॉर ਦਾ ਪੀਪਲ। ਸੋ ਅਸਲੀ ਮਾਲਕ ਅਸੀਂ ਹੈਗੇ ਹਾਂ, ਅਸੀਂ ਪਹੁੰਚੇ ਹਾਂ, ਸਾਨੂੰ ਕਿੱਦਾਂ ਰੋਕ ਸਕਦੇ ਹੋ। ਉੱਥੋਂ ਉਹਨਾਂ ਨੇ ਸੋਵਨੀਅਰ ਚੁੱਕੇ, ਉੱਥੋਂ ਉਹਨਾਂ ਨੇ ਚੀਜ਼ਾਂ ਚੁੱਕੀਆਂ, ਉੱਥੋਂ ਉਹਨਾਂ ਨੇ ਜਿਹੜਾ ਮੋਸਟ ਸਿਕਿਉਰ ਜਿਹੜਾ ਹੈਗਾ ਉਹ ਸਪੀਕਰ ਦੇ ਦਫ਼ਤਰ ਦੇ ਵਿੱਚ ਜਾ ਕੇ ਟੇਬਲ ਦੇ ਉੱਤੇ ਲੱਤਾਂ ਰੱਖ ਕੇ ਬਹਿ ਗਏ, ਉਹਦੀਆਂ ਚਿੱਠੀਆਂ ਫਰੋਲਦੇ ਰਹੇ, ਉੱਥੋਂ ਕਈ ਸਮਾਨ ਚੁੱਕ ਕੇ ਇਧਰੋਂ ਉਧਰ ਲਿਜਾ ਰਹੇ ਆ। ਸੋ ਉਹ ਵੀ ਇੱਕ ਜਿਹੜਾ ਹੈ ਕਦੀ ਕਿਸੇ ਨੇ ਸੋਚਿਆ ਨਹੀਂ ਹੋਣਾ ਕਿ ਇੱਥੇ ਤੱਕ ਹੋ ਸਕਦਾ ਹੈ। ਦੂਜੀ ਗੱਲ, ਉੱਥੇ ਜਿਹੜਾ ਉਹ ਵੀ ਆਫ ਦਾ ਪੀਪਲ ਬਾਈ ਦਾ ਪੀਪਲ ਫॉर ਦਾ ਪੀਪਲ ਕਹਿ ਰਹੇ ਆ, ਤੇ ਸਾਡੇ ਕਹਿ ਰਹੇ ਆ ਆਫ ਦਾ ਪੀਪਲ OFF ਬਾਈ ਦਾ ਪੀਪਲ ਖਰੀਦੋ ਐਂਡ ਫਾਰ ਫਰਮ ਦੀ ਪੀਪਲ। ਹੁਣ ਸਵਾਲ ਹੈ ਕਿ ਸਿਸਟਮ ਤਾਂ ਉਹੀ ਲਿਆ, ਯੂਨਾਈਟਿਡ ਸਟੇਟਸ ਆਫ ਅਮਰੀਕਾ, ਹਿੰਦੁਸਤਾਨ ਦਾ ਵੀ ਜਿਹੜਾ ਸਿਸਟਮ ਬਣਾਇਆ ਤੁਸੀਂ ਦੇਖੋਗੇ ਉਹਦੀ ਸ਼ੁਰੂਆਤ ਦੇ ਵਿੱਚ ਲਿਖਿਆ ਹੈ, ਪਹਿਲੀ ਲਾਈਨ ਹੈ ਭਾਰਤ ਦੇ ਸੰਵਿਧਾਨ ਦੀ, ਇੰਡੀਆ ਦੈਟ ਇਜ਼ ਯੂਨੀਅਨ ਆਫ ਸਟੇਟਸ, ਇੰਡੀਆ ਦੈਟ ਇਜ਼ ਭਾਰਤ ਇਜ਼ ਅ ਯੂਨੀਅਨ ਆਫ ਸਟੇਟਸ। ਇਹ ਯੂਨੀਅਨ ਹੈ, ਯੂਨੀਅਨ ਯੂਨਾਈਟਿਡ ਕੋਈ ਫਰਕ ਨਹੀਂ ਹੈਗਾ। ਯੂਨੀਅਨ ਦਾ ਮਤਲਬ ਹੁੰਦਾ ਹੈ ਕੁਝ ਸਟੇਟਾਂ ਇਕੱਠੀਆਂ ਹੋ ਗਈਆਂ, ਉਹਨਾਂ ਨੇ ਮਿਲ ਕੇ ਇੱਕ ਗਵਰਨਮੈਂਟ ਬਣਾਈ ਹੈ। ਇਸੇ ਕਰਕੇ ਐਨਟੀ ਰਾਮਾ ਰਾਓ ਕਹਿੰਦਾ ਸੀ ਕਿ ਸੈਂਟਰ ਇਜ਼ ਅ ਮਿਥ, देयर इज नो ਸੈਂਟਰ ਦੀ ਕੋਈ ਜ਼ਮੀਨ ਨਹੀਂ, ਸੈਂਟਰ ਨਹੀਂ ਹੈਗਾ, ਇਹ ਸਟੇਟਾਂ ਇਕੱਠੀਆਂ ਹੋ ਕੇ ਬਣੀਆਂ। ਪਰ ਉਹ ਧੱਕਾ ਗਲਤ ਉਹਦੀ ਵਿਆਖਿਆ ਕਰਕੇ ਪੂਰੇ ਸੰਵਿਧਾਨ ਦੇ ਵਿੱਚ ਸੈਂਟਰ ਲਫ਼ਜ਼ ਨਹੀਂ ਹੈਗਾ, ਸੈਂਟਰ ਨਹੀਂ ਹੈ, ਯੂਨੀਅਨ ਹੈ। ਮਗਰ ਉਹਨੂੰ ਜਦੋਂ ਯੂਨੀਅਨ ਕਹਿੰਦੇ ਆ ਉਹਦਾ ਮਤਲਬ ਹੁੰਦਾ ਹੈ ਕੁਝ ਸਟੇਟਾਂ ਮਿਲ ਕੇ ਯੂਨਾਈਟ ਹੋਈਆਂ ਤੇ ਯੂਨੀਅਨ ਬਣੀ ਹੈ। ਤੇ ਜਿਹੜੀ ਸੈਂਟਰ ਹੁੰਦਾ ਹੈ ਉਹ ਇੱਕ ਹੁੰਦਾ ਹੈ ਉਹਦੇ ਵਿੱਚੋਂ ਚੀਜ਼ਾਂ ਨਿਕਲੀਆਂ, ਉਹ ਡਿਕਟੇਟਰਸ਼ਿਪ ਹੁੰਦੀ ਹੈ, ਡੈਮੋਗੋਗੀ ਹੁੰਦੀ ਹੈ। ਸੈਂਟਰ ਔਰ ਯੂਨੀਅਨ ਇੱਕ ਦੂਜੇ ਦੇ ਆਪੋਜ਼ਿਟ ਹੈ। ਹੈਰਾਨੀ ਇਹ ਹੈ ਕਿ ਜਿਹੜੀਆਂ ਸਟੇਟਾਂ ਵੱਧ ਅਧਿਕਾਰ ਮੰਗਦੀਆਂ, ਜਿਹੜੀਆਂ ਪਾਰਟੀਆਂ ਵੱਧ ਅਧਿਕਾਰ ਮੰਗ ਰਹੀਆਂ, ਉਹ ਵੀ ਕਹਿੰਦੀਆਂ ਜੀ ਕਿ ਅਸੀਂ ਸੈਂਟਰ ਕੋਲੋਂ ਮੰਗ ਕਰਦੇ ਆ, ਸਾਨੂੰ ਅਧਿਕਾਰ ਦਿਓ। ਪਹਿਲਾਂ ਤੇ ਤੁਸੀਂ ਲਫ਼ਜ਼ ਹੀ ਗਲਤ ਬੋਲ ਦਿੱਤਾ ਕਿ ਤੁਸੀਂ ਉਹਨੂੰ ਸੈਂਟਰ ਕਹਿ ਦਿੱਤਾ, ਸੈਂਟਰ ਹੈ ਹੀ ਨਹੀਂ ਸੀਗਾ। ਉਹ ਵੀ ਹੋ ਕੇ ਸੈਂਟਰ ਹੁੰਦਿਆਂ ਹੁਣ ਵੀ ਇਹੀ ਹੋ ਰਿਹਾ, ਜਿਹੜੀ ਪਾਵਰ ਜਿਹੜੀ ਯੂਨੀਅਨ ਕੋਲ ਨਹੀਂ ਹੈ ਨਹੀਂ, ਮਗਰ ਉਹ ਜਿਹੜੀ ਯੂਨੀਅਨ ਗਵਰਨਮੈਂਟ ਹੈ ਉਹ ਆਪਣੇ ਆਪ ਨੂੰ ਸੈਂਟਰ ਕਹਿ ਕੇ ਉਹ ਪਾਵਰ ਅਖਤਿਆਰ ਕਰਨਾ ਚਾਹੁੰਦੀ ਹੈ। ਫਿਰ ਉਹਦੇ ਬਾਅਦ ਉਹ ਸਮਝੌਤੇ ਕਰਨਾ ਚਾਹੁੰਦੀ ਹੈ, ਫਿਰ ਉਹਦੇ ਬਾਅਦ ਉਸ ਚੀਜ਼ ਨੂੰ ਕਰਨਾ ਚਾਹੁੰਦੀ ਹੈ। ਨੰਬਰ 2, ਇੱਥੇ ਜਿਹੜੀ ਯੂਨਾਈਟਿਡ ਸਟੇਟਸ ਜਿਹੜੀ ਬਣੀ ਹੈ ਜਾਂ ਉਸ ਨੂੰ ਉਹਦੇ ਨਾਲ ਹੁਣ ਤਾਂ ਇਦਾਂ ਜਾਪ ਰਿਹਾ ਹੈ ਕਿ ਜਿਸ ਨੂੰ ਕੋਸ਼ਿਸ਼ ਕੀਤੀ ਗਈ ਵਕਤੀ ਤੌਰ ਦੇ ਉੱਤੇ ਹੋਇਆ ਕਿ ਇਹ ਲੱਗਦਾ ਸੀ ਕਿ ਡਿਵਾਈਡਡ ਸਟੇਟਸ ਹੈ, ਪਰ ਨਹੀਂ, ਇਹਦੀਆਂ ਬੁਨਿਆਦ ਇਤਨੀ ਸੰਘਣੀ ਹੈ, ਇਤਨੀ ਨਿੱਗਰ ਹੈਗੀ ਹੈ ਕਿ ਉਹ ਆਉਣ ਵਾਲੇ ਸਮੇਂ 'ਚ ਇਹ ਚੀਜ਼ ਮੁੱਕੇਗੀ ਨਹੀਂ। ਪਰ ਦੂਸਰੇ ਪਾਸੇ ਜਦੋਂ ਕੋਈ ਜਰਾਸੀਮ, ਕੋਈ ਕਿਧਰੇ ਬਿਮਾਰੀ ਜਾਂ ਉਹ ਜਿਹੜੀ ਵੱਖਵਾਦ ਦੀ ਉਹ ਚਲੀ ਜਾਂਦੀ ਹੈ ਤਾਂ ਉਹਦੇ ਬਾਅਦ ਉਹ ਜਾਂਦਿਆਂ ਉਹਨੂੰ ਟਾਈਮ ਲੱਗੇਗਾ। ਹੁਣ ਇੱਕ ਛੋਟਾ ਜਿਹਾ ਐਗਜ਼ਾਮਪਲ ਹੈ, ਹੁਣ ਦੀ ਇੱਕ ਹੈਗੀ ਹੈ ਕਿ ਅਮਰੀਕਾ ਦੇ ਜਿਹੜਾ 1940 ਦੇ ਵਿੱਚ ਚੀਨ ਦਾ ਇੱਕ ਹਿੱਸਾ ਕੱਟ ਕੇ ਤਾਈਵਾਨ ਬਣਿਆ ਸੀ। ਚੀਨ ਸ਼ੁਰੂ ਤੋਂ ਇਸ ਤੇ ਇਤਰਾਜ਼ ਕਰਦਾ ਹੈ ਕਿ ਉਹ ਸਾਡਾ ਹਿੱਸਾ ਹੈ, ਤੁਸੀਂ ਉਸ ਦੇ ਨਾਲ ਕੋਈ ਤਲਕ ਨਹੀਂ ਰੱਖਣੇ। ਜਿਸ ਦਿਨ ਡੋਨਾਲਡ ਟਰੰਪ ਇਲੈਕਟ ਹੋਇਆ 2 ਦਸੰਬਰ, ਜਦੋਂ ਉਹਦੀ ਇਲੈਕਸ਼ਨ ਹੋਈ ਹੈ 2 ਦਸੰਬਰ 2016 ਨੂੰ, 4 ਸਾਲ ਪਹਿਲੇ, ਤੇ ਟਰੰਪ ਨੇ ਪਹਿਲਾ ਕੰਮ ਕੀਤਾ, ਪਹਿਲਾ ਫੋਨ ਕੀਤਾ, ਉਹ ਵਧਾਈ ਦੀ ਤਾਰ ਜਿਹੜੀ ਹੈ ਉਸਨੇ ਉਹ ਤਾਈਵਾਨ ਦੀ ਪ੍ਰੈਜ਼ੀਡੈਂਟ ਜਿਹੜੀ ਸੀਗੀ ਉਹ ਸਾਈ ਇੰਗ ਵੈਨ ਹੈ, ਉਹਨੂੰ ਵਧਾਈ ਦਿੱਤੀ। ਕੁਦਰਤੀ ਤੌਰ ਦੇ ਉੱਤੇ ਚੀਨ ਨੇ ਔਖੇ ਹੋਣਾ ਸੀ, ਯਾਨੀ ਕਿਸੇ ਨੂੰ ਚੜਾਉਣ ਲਈ ਇਹ ਬੜੀ ਵਧੀਆ ਚੀਜ਼ ਸੀ, ਗੱਲ ਬੜੀ ਛੋਟੀ ਜੀ ਹੈ। ਪਰ ਅੱਜ ਦੀ ਡੇਟ ਵਿੱਚ ਉਸ ਤੋਂ ਲੈ ਕੇ ਹੁਣ ਤੱਕ ਕਈ ਸਾਲਾਂ ਦੇ ਤਾਈਵਾਨ ਨਾਲ ਅਮਰੀਕਾ ਦੇ ਡਿਪਲੋਮੈਟਿਕ ਤਲਕ ਨਹੀਂ ਸੀਗੇ। ਅੱਜ ਦੀ ਤਰੀਕ ਵਿੱਚ ਅਮਰੀਕਾ ਨੇ ਉਹ ਸੰਬੰਧ ਮੁੜ ਸਥਾਪਿਤ ਕਰ ਦਿੱਤੇ ਹੈ ਤਾਈਵਾਨ ਨਾਲ, ਔਰ ਉਹਦੇ ਤੇ ਚੀਨ ਨੇ ਬੜਾ ਇਤਰਾਜ਼ ਕੀਤਾ। ਸੋ ਇਹ ਜਿਹੜੀਆਂ ਗੰਢਾਂ ਪਾਈਆਂ ਜਾ ਰਹੀਆਂ, ਇਹ ਜਿਹੜਾ ਕੁਝ ਹੋ ਰਿਹਾ, ਇਹ ਆਉਣ ਵਾਲੇ
ਪ੍ਰੈਜ਼ੀਡੈਂਟ ਲਈ ਉਹ ਕਈ ਮੁਸ਼ਕਲਾਂ ਵੀ ਖੜੀਆਂ ਕਰੇਗਾ, ਔਰ ਉਸ ਨੂੰ ਉਹ ਜਿਹੜੇ ਕੰਡੇ ਜਿਹੜੇ ਆ ਉਹਨਾਂ ਨੂੰ ਸਾਫ਼ ਕਰਦਿਆਂ ਵੀ ਟਾਈਮ ਲੱਗੇਗਾ। ਪਰ ਕਿਉਂਕਿ ਆਮ ਬੰਦਾ, ਆਮ ਜਿਹੜਾ ਅਮਰੀਕਨ ਹੈਗਾ, ਉਹਦਾ ਮਸਲਾ ਇਸ ਵੇਲੇ ਰੋਜ਼ੀ ਰੋਟੀ ਦਾ, ਉਹਦਾ ਮਸਲਾ ਪੈਂਡੇਮਿਕ ਦਾ, ਉਹਦਾ ਮਸਲਾ ਬਿਮਾਰੀਆਂ ਤੋਂ ਨਿਜਾਤ ਪਾਉਣ ਦਾ, ਨੌਕਰੀਆਂ ਦਾ, ਗਰੋਥ ਦਾ ਹੈਗਾ, ਉਹ ਅਮਨ ਚਾਹੁੰਦਾ ਹੈ, ਉਹਦੇ ਲਈ ਐਜੂਕੇਸ਼ਨ ਦਾ ਹੈਗਾ। ਔਰ ਉਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਤੁਸੀਂ ਲਫ਼ਜ਼ ਕੀਤਾ ਸਿਆਹ ਫਾਮ ਕਾਲਾ, ਉਹਦੇ ਵਿੱਚ ਕੋਈ ਇਹਨਾਂ ਨੂੰ ਇਤਰਾਜ਼ ਨਹੀਂ। ਕਾਲਾ ਕਹਿਣਾ, ਬਲੈਕ ਕਹਿਣਾ ਉਹ ਅਲਾਉਡ ਹੈਗਾ, ਉਹਦੇ ਚ ਕਿਸੇ ਨੂੰ ਕੋਈ ਦਿੱਕਤ ਨਹੀਂ ਹੈਗੀ ਅਮਰੀਕਾ ਨੂੰ। ਹਾਂ, ਇੱਕ ਲਫ਼ਜ਼ ਜਿਹੜਾ ਪਹਿਲੇ ਵਰਤਿਆ ਜਾਂਦਾ ਸੀ ਉਹਨੂੰ ਐਨ ਵਰਡ ਕਹਿੰਦੇ ਸੀਗੇ, ਉਹ ਅਲਾਉਡ ਨਹੀਂ ਹੈਗਾ, ਉਹ ਕਾਨੂੰਨੀ ਗੁਨਾਹ ਹੈਗਾ। ਪਰ ਜਿਹੜਾ ਬਲੈਕਸ ਉਹ ਆਪ ਕਹਿੰਦੇ ਆ, ਉਹਨਾਂ ਨੂੰ ਕੋਈ ਉਹਦੇ ਤੇ ਕੋਈ ਇਤਰਾਜ਼ ਨਹੀਂ ਹੈਗਾ। ਸੋ ਇਹ ਹੋਈਆਂ ਸਾਰੀਆਂ ਜਿਹੜੀਆਂ ਅਨੋਮਲੀਜ਼ ਹੋਈਆਂ, ਔਰ ਉਹਦੇ ਕਰਕੇ ਦਿੱਕਤ ਬਹੁਤ ਆਈ, ਕਿਉਂਕਿ ਪੁਲਿਸ ਦੇ ਜ਼ਾਹਿਰਾ ਤੌਰ ਦੇ ਉੱਤੇ ਬਹੁਤ ਵਾਰੀ ਹੋਇਆ, ਬਹੁਤ ਇਨਸੀਡੈਂਟ ਹੋਏ ਕਿ ਪੁਲਿਸ ਵੱਲੋਂ ਉਹਨਾਂ ਬਲੈਕਸ ਨੂੰ ਜਾਂ ਪੀਪਲ ਆਫ ਕਲਰਸ ਜਿਹਨੂੰ ਕਹਿੰਦੇ ਆ, ਉਹਨਾਂ ਦੇ ਉੱਤੇ ਤਸ਼ੱਦਦ ਹੋਇਆ, ਔਰ ਉਹਦਾ ਨਤੀਜਾ ਇਹ ਨਿਕਲੇਗਾ ਫਿਰ ਪੁਲਿਸ ਵੰਡੀ ਗਈ। ਜਿਹੜੀ ਇੱਕ ਪਾਰਟੀ ਹੈ ਡੈਮੋਕ੍ਰੇਟਸ, ਉਹਨਾਂ ਨੇ ਕਹਿਤਾ ਡੀਫੰਡ ਦੀ ਪੁਲਿਸ ਦੇ ਪੈਸੇ ਘਟਾ ਦਿੱਤੇ ਜਾਣ, ਇਹਨਾਂ ਦੇ ਖਰਚੇ ਬੰਦ ਕਰਤੇ ਜਾਣ। ਔਰ ਦੂਜੇ ਪਾਸੇ ਪੁਲਿਸ ਯੂਨੀਅਨ ਨੇ ਟਰੰਪ ਨੂੰ ਜਿਹੜਾ ਹੈਗਾ, ਅਸੀਂ ਸਪੋਰਟ ਕਰਦੇ ਹਾਂ ਟਰੰਪ ਨੂੰ। ਯਾਨੀ ਕਿ ਜੇ ਫੌਜ ਔਰ ਪੁਲਿਸ ਦੇ ਵਿੱਚ ਅਗਰ ਇਸ ਤਰ੍ਹਾਂ ਦੀ ਵੰਡੀਆਂ ਪੈ ਜਾਣ, ਇਹ ਕੁਦਰਤੀ ਤੌਰ ਤੇ ਮੁਲਕ ਲਈ ਨਹੀਂ ਹੈ। ਪਰ ਹੁਣ ਕੱਲ ਪੁਲਿਸ ਯੂਨੀਅਨ ਨੇ ਵੀ ਕਹਿ ਦਿੱਤਾ ਅਸੀਂ ਟਰੰਪ ਦੀ ਇਸ ਗੱਲ ਕਰਕੇ ਹਮਾਇਤ ਨਹੀਂ ਕਰ ਸਕਦੇ। ਬਾਕੀ ਡੈਮੋਕ੍ਰੇਸੀ ਜਿਹੜੀ ਹੈਗੀ ਹੈ, ਇਹ ਇੱਕ ਦੋ ਧਾਰੀ ਤਲਵਾਰ ਹੈ। ਡੈਮੋਕ੍ਰੇਸੀ ਬੜੀ, ਮੈਨੂੰ ਕਹਿ ਲੈਣ ਦਿਓ ਰੰਧਾਵਾ ਸਾਹਿਬ, ਡੈਮੋਕ੍ਰੇਸੀ ਦੀ ਜਿਹੜੀ ਬੁਨਿਆਦ ਹੁੰਦੀ ਹੈ ਸਿਰਾਂ ਦੀ ਗਿਣਤੀ ਹੁੰਦੀ ਹੈ, ਜਿਹਨੂੰ ਇਕਬਾਲ ਨੇ ਕਿਹਾ ਕਿ ਜਮਹੂਰੀਅਤ ਉਹ ਤਮਾਸ਼ਾ ਹੈਗਾ ਜਹਾਂ ਪਰ ਸਿਰ ਗਿਨੇ ਜਾਤੇ हैं ਤੋਲੇ ਨਹੀਂ ਜਾਤੇ। ਜਿਹਨੂੰ ਰਣਜੀਤ ਨਗਾਰਾ ਦਾ ਐਡੀਟਰ ਸੀ ਦੁਰਲਭ ਸਿੰਘ, ਉਹਨੇ ਲਿਖਿਆ ਸੀ ਡੈਮੋਕ੍ਰੇਸੀ ਉਹ ਹੈ 101 ਗਧਾ 100 ਸ਼ੇਰਾਂ ਤੇ ਰਾਜ ਕਰ ਸਕਦਾ ਹੈ, ਕਿਉਂਕਿ ਗਿਣਤੀ ਵਿੱਚ ਜ਼ਿਆਦਾ ਹੈ। ਇੱਥੇ ਸਿਰਫ ਗਿਣਤੀ ਦੀ ਗੱਲ ਹੈਗੀ ਹੈ। ਉਹਨੇ ਇੱਕ ਬੜਾ ਸੋਹਣਾ ਹਵਾਲਾ ਦਿੱਤਾ ਸੀ ਦੁਰਲਭ ਸਿੰਘ ਨੇ, ਉਹ ਕਹਿੰਦਾ ਸੀ 10 ਭੁੱਖੇ ਸੀ ਕਿਧਰੇ ਤੁਰੇ ਜਾਂਦੇ, ਵਿੱਚੋਂ 9 ਨੇ ਭੁੰਨ ਕੇ ਕਾਂ ਖਾਦਾ। ਇੱਕ ਭਲਾ ਲੋਕ ਸੀ ਰੱਬ ਦੇ ਖੌਫ ਵਾਲਾ, ਉਹਨੇ ਨਹੀਂ ਉਹ ਭੁੰਨ ਕੇ ਕਾਂ ਖਾਦਾ। ਪਿੰਡ ਆ ਕੇ ਭਲੇ ਨੇ ਗੱਲ ਕੀਤੀ ਕਿ 9 ਨੇ ਭੁੰਨ ਕੇ ਕਾਂ ਖਾਦਾ, ਤੇ 9 ਨੇ ਇੱਕ ਆਵਾਜ਼ ਹੋ ਕੇ ਲਾ ਦਿੱਤਾ ਵਿਚਾਰੇ ਦਾ ਨਾਂ ਖਾਦਾ। ਹੁਣ ਉਹ ਪਿੰਡ ਵਾਲੇ ਇੱਕ ਦੀ ਮੰਨਣਗੇ ਕਿ 9 ਦੀ ਮੰਨਣਗੇ। ਗੱਲ ਇਹ ਹੈ ਕਿ ਜੇ ਤਾਂ ਅਮਰੀਕਨ ਸਿਸਟਮ ਵਿੱਚ ਡੈਮੋਕ੍ਰੇਸੀ ਹੈ, ਜੇ ਤਾਂ ਇੱਥੇ ਬੰਦੇ ਚੰਗੇ ਹੈ, ਅਗਰ ਉਹ ਚੰਗੇ ਬੰਦਿਆਂ ਦੀ ਡੈਮੋਕ੍ਰੇਸੀ ਜਿਹੜੀ ਹੈ ਉਹ ਕਾਮਯਾਬ ਹੋਏਗੀ। ਪਰ ਜਿਸ ਜਗ੍ਹਾ ਦੇ ਉੱਤੇ ਕਮਿਊਨਲਿਜ਼ਮ ਹੋਏਗਾ, ਫਿਰਕਾ ਪ੍ਰਸਤੀ ਹੋਏਗੀ, ਜਿੱਥੇ ਹਾਕਮ ਹੀ ਉਹਨਾਂ ਲੋਕਾਂ ਦੀਆਂ ਭਾਵਨਾਵਾਂ ਭੜਕਾ ਕੇ ਲੋਕਾਂ ਦੇ ਵਿੱਚ ਵੰਡੀਆਂ ਪਾਣਗੇ, ਉੱਥੇ ਡੈਮੋਕ੍ਰੇਸੀ ਜਿਹੜੀ ਹੈ ਉਹ ਘੱਟ ਗਿਣਤੀਆਂ ਲਈ ਇੱਕ ਬਹੁਤ ਵੱਡਾ ਮਾਰੂ ਹਥਿਆਰ ਬਣ ਜਾਂਦੀ ਹੈ, ਔਰ ਉਹਨਾਂ ਲਈ ਉਹਨਾਂ ਦੀ ਜ਼ਿੰਦਗੀ ਔਰ ਮੌਤ ਦਾ ਸਵਾਲ ਬਣਦੀ ਹੈ। ਹਰ ਗੱਲ ਨੂੰ ਜੀ ਅੱਜ ਤੁਹਾਨੂੰ ਜ਼ਿਆਦਾ ਲੰਬਾ ਸਮਾਂ ਪਰੇਸ਼ਾਨ ਨਹੀਂ ਕਰਨਾ, ਅਸੀਂ ਇੱਕ ਬਹੁਤ ਬਿਹਤਰ ਵਿਸ਼ੇ ਤੇ ਦੁਬਾਰਾ ਜੁੜਾਂਗੇ। ਲੇਕਿਨ ਇੱਕ ਆਖਰੀ ਸਵਾਲ ਜਿਹੜਾ ਮੈਂ ਜਾਂਦਾ ਚਾਹੂੰਗਾ ਤੁਸੀਂ ਐਡਰੈਸ ਕਰਦੇ ਜਾਓ, ਕਿਉਂਕਿ ਤੁਸੀਂ ਕਿਤੇ ਪੱਖੋਂ ਵਕੀਲ ਹੋ, ਔਰ ਵਕੀਲ ਵੀ ਹੋ ਜਿਹੜੇ ਕੋਸ਼ਿਸ਼ ਕਰਦੇ ਆ ਕਿ ਬਹੁਤ ਡੂੰਘੀ ਸਟੱਡੀ ਕੀਤੀ ਜਾਵੇ, ਹਰ ਪੱਖ ਨੂੰ ਬਹੁਤ ਬਿਹਤਰ ਤਰੀਕੇ ਨਾਲ ਸਮਝਿਆ ਜਾਵੇ, ਫਿਰ ਅੱਗੇ ਗੱਲ ਕੀਤੀ ਜਾਵੇ। ਮੈਨੂੰ ਇਹ ਸਮਝਾਓ ਕਿ ਜਿਹੜਾ ਅਸੀਂ ਟਾਈਟਲ ਵੀ ਦਿੱਤਾ ਹੈ ਕਿ ਕਾਨੂੰਨ ਦਾ ਡਰ ਹੁੰਦਾ ਹੈ ਜਾਂ ਕਾਨੂੰਨ ਦੀ ਇੱਜ਼ਤ ਹੁੰਦੀ ਹੈ, ਇਹਨਾਂ ਦੋਵਾਂ ਪਹਿਲੂਆਂ ਦੇ ਵਿੱਚ ਬਰੀਕ ਜੀ ਤੰਦ ਹੈ, ਲੇਕਿਨ ਇਹਦਾ ਪਾੜਾ ਬੜਾ ਵੱਡਾ ਹੈ। ਇਹਨੂੰ ਸਮਝਾਉਣ ਦਾ ਯਤਨ ਕਰਿਓ ਕਿ ਕਿੱਥੇ ਕਿੱਥੇ ਕਾਨੂੰਨ ਦਾ ਸਨਮਾਨ ਹੈ ਤੇ ਕਿੱਥੇ ਕਿੱਥੇ ਕਾਨੂੰਨ ਦਾ ਡਰ ਹੈ। ਦੇਖੋ, ਬੜਾ ਇਹਦੇ ਵਿੱਚ ਕੋਈ ਇਹ ਤਾਂ ਇੱਕ ਐਸਾ ਜਿਹਨੂੰ ਓਪਨ ਸੀਕ੍ਰੇਟ ਹੈਗਾ, ਇਹਦੇ ਤੇ ਓਪਨ ਸੀਕ੍ਰੇਟ ਵਾਲੀ ਗੱਲ ਹੈਗੀ ਹੈ ਕਿ ਅਮਰੀਕਾ ਦੇ ਵਿੱਚ ਜਿਹੜੀ ਗੱਲ ਤੁਸੀਂ ਕਹੀ ਹੈ ਕਿ ਜਾਂ ਫੀਅਰ ਆਫ ਲਾ ਹੋਏ ਜਾਂ ਰਿਸਪੈਕਟ ਆਫ ਲਾ ਹੋਏ, ਇਹ ਦੋ ਚੀਜ਼ਾਂ ਹੁੰਦੀਆਂ। ਉਹ ਦੋਨੋਂ ਕਦੋਂ ਆਣਗੀਆਂ? ਫੀਅਰ ਆਫ ਲਾ ਕਿਉਂ ਆਏਗਾ? ਦੇਖੋ, ਅਗਰ ਮੈਂ ਗੱਡੀ ਚਲਾ ਰਿਹਾ, ਮੈਨੂੰ ਕਿਸੇ ਵਾਇਲੇਸ਼ਨ ਕਰਕੇ ਰੋਕ ਲਿਆ ਗਿਆ, ਤਾਂ ਅਗਰ ਰੋਕਿਆ ਗਿਆ ਤੇ ਔਰ ਮੇਰੇ ਪਿੱਛੇ ਕੋਈ ਬਹੁਤ ਵੱਡੇ ਅਹੁਦੇਦਾਰ ਆ ਰਿਹਾ ਹੈ, ਕੋਈ ਵੱਡਾ ਅਫਸਰ ਆ ਰਿਹਾ ਹੈ, ਜਾਂ ਕੋਈ ਹੋਰ ਇਸ ਤਰ੍ਹਾਂ ਦਾ ਆ ਰਿਹਾ ਹੈ ਜਿਹੜਾ ਇਨਫਲੂਐਂਸ਼ੀਅਲ ਬੰਦਾ, ਉਹਨੂੰ ਵੀ ਪੁਲਿਸ ਵਾਲੇ ਨੇ ਰੋਕ ਲਿਆ, ਮੈਨੂੰ ਉਹਦੇ ਤੇ ਕੋਈ ਇਤਰਾਜ਼ ਨਹੀਂ ਹੋਏਗਾ। ਮੈਂ ਸ਼ੁਰੂ 'ਚ ਕਿਹਾ ਸੀ, ਜਦੋਂ ਰੂਲ ਆਫ ਲਾ ਹੋਏਗਾ, ਜਦੋਂ ਕਾਨੂੰਨ ਸਾਰਿਆਂ ਲਈ ਬਰਾਬਰ ਹੋਏਗਾ, ਫਿਰ ਕੋਈ ਦਿੱਕਤ ਨਹੀਂ ਹੋਏਗੀ। ਫਿਰ ਉਸ ਦੇ ਬਾਅਦ
ਕੋਈ ਕਿਸੇ ਨੂੰ ਪਰੇਸ਼ਾਨੀ ਨਹੀਂ ਹੋਏਗੀ। ਮਗਰ ਉਹ ਕਦੋਂ ਹੋਏਗਾ, ਉਹ ਕਦੋਂ ਹੋਏਗਾ? ਤੇ ਜੇ ਇੱਕ ਤਾਂ ਇਹ ਪ੍ਰਿੰਸੀਪਲ ਹੈ, ਇੱਥੇ ਰੂਲ ਆਫ ਲਾ ਦਿਸਦਾ, ਕਾਨੂੰਨ ਵਰਕਿੰਗ ਵਿੱਚ ਨਜ਼ਰ ਆਉਂਦਾ ਹੈ। ਮੈਂ ਸਿਰਫ ਇੱਕ ਛੋਟਾ ਜਿਹਾ ਹਵਾਲਾ ਦਿਆਂਗਾ ਕਿ ਇੱਕ ਕੋਈ ਪ੍ਰੋਫੈਸਰ ਸੀ, ਉਹਦੇ ਉੱਤੇ ਪੁਲਿਸ ਨੇ ਕੋਈ ਮੁਕੱਦਮਾ ਦਰਜ ਕੀਤਾ। ਉਹ ਓਬਾਮਾ ਰਾਸ਼ਟਰਪਤੀ ਸੀ, ਬਰਾਕ ਓਬਾਮਾ, ਉਹਦਾ ਰਾਸ਼ਟਰਪਤੀ ਦੇ ਹੁੰਦਿਆਂ ਉਹਦਾ ਕਲਾਸ ਫੈਲੋ ਸੀਗਾ, ਉਹਦਾ ਕਲੀਗ ਸੀਗਾ, ਉਹਦੇ ਨਾਲ ਰਹਿ ਚੁੱਕਾ ਸੀ। ਤੇ ਓਬਾਮਾ ਨੂੰ ਪੁੱਛਿਆ ਗਿਆ ਕਿ ਉਹ ਪ੍ਰੋਫੈਸਰ ਬਾਰੇ ਤੇਰਾ ਕੀ ਵਿਚਾਰ ਹੈ, ਤਾਂ ਉਸਨੇ ਕਿਹਾ, ਕਹਿੰਦਾ ਕਿ ਉਹ ਬੰਦਾ ਬਹੁਤ ਅੱਛਾ ਹੈ। ਉਹਨੇ ਇਹ ਸਟੇਟਮੈਂਟ ਦਿੱਤੀ, ਸਿਰਫ ਇੰਨੀ ਸਟੇਟਮੈਂਟ ਹੈ। ਉੱਥੋਂ ਦੇ ਪੁਲਿਸ ਚੀਫ ਨੇ ਰਿਜ਼ਾਈਨ ਕਰ ਦਿੱਤਾ, ਕਹਿੰਦਾ ਯੂ ਆਰ ਟਰਾਈਂਗ ਟੂ ਇਨਫਲੂਐਂਸ ਮੀ। ਇਹ ਕਾਨੂੰਨ ਹੈ, ਇਹ ਰੂਲ ਆਫ ਲਾ ਹੈ, ਠੀਕ ਹੈ। ਪਰ ਇਹਦਾ ਮਤਲਬ ਜੇ ਦੂਜੇ ਪਾਸੇ ਜੇ ਭਾਵੇਂ ਇਹਨੂੰ ਮਜ਼ਾਕ ਵਿੱਚ ਕਹਿ ਲਿਆ ਜਾਏ, ਪਰ ਇਹ ਅਸਲੀਅਤ ਵੀ ਹੈ ਕਿ ਜਿੱਥੇ ਅਸੀਂ ਦੇਖਦੇ ਆ ਕਿ ਉੱਥੇ ਪੁੱਛਦੇ ਆ ਜੀ ਵਾਟ ਇਜ਼ ਲਾ, ਕਹਿੰਦਾ ਜਿੱਥੇ ਲੱਗੇ ਉੱਥੇ ਲਾ। ਤੇ ਜੇ ਇਹ ਹੋ ਜਾਏਗੀ ਕਿ ਜਿਹਨੂੰ ਲੱਗਦਾ ਲੱਗ ਜਾਏ, ਦੋ ਬੰਦੇ ਹੈ, ਹੁਣ ਬਹੁਤੇ ਅਸੀਂ ਡਿਟੇਲ ਵਿੱਚ ਨਹੀਂ ਜਾਣਾ ਚਾਹੁੰਦੇ, ਬੜੇ ਕੇਸਸ ਹੈਗੇ ਆ। ਮੈਨੂੰ ਸਿਰਫ ਇੱਕ ਯਾਦ ਹੈ, ਇੱਕ ਕੇਸ ਯਾਦ ਹੈਗਾ, ਇੱਕ ਦਿੱਲੀ ਦੇ ਵਿੱਚ ਕੋਈ ਇੱਕ ਕੇਸ ਹੋਇਆ ਸੀ, ਉਹਦੇ ਚ ਮੈਨੂੰ ਨਾਂ ਸ਼ਾਇਦ ਭੁੱਲ ਰਹੇ, ਕਰਤਾਰ ਸਿੰਘ ਤੇ ਇੱਕ ਹੋਰ ਸੀ, ਉਹਨਾਂ ਦੇ ਉੱਤੇ ਕੇਸ ਸੀ ਕਿ ਇਹਨਾਂ ਨੇ ਕਿਸੇ ਦਾ ਕਤਲ ਕੀਤਾ ਹੈ, ਔਰ ਉਹਦੇ ਤੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਈ ਸੀ। ਉਹਨਾਂ ਨੇ ਅਦਾਲਤ ਵਿੱਚ, ਕੋਰਟ ਵਿੱਚ ਕਿਹਾ ਸੀਗਾ ਕਿ ਅਸੀਂ ਪੈਸੇ ਦੇ ਲਈ ਕਿਸੇ ਦੇ ਕਹਿਣ ਦੇ ਉੱਤੇ ਇਹ ਕਤਲ ਕੀਤੇ ਹੈ, ਮਗਰ ਜਿਸ ਨੇ ਸਾਡੇ ਕੋਲ ਕਤਲ ਕਰਵਾਇਆ ਉਹ ਬੰਦੇ ਨੂੰ ਕੁਝ ਸਾਲ ਦੀ ਸਜ਼ਾ ਹੋਈ ਹੈ, ਛੁੱਟ ਜਾਏਗਾ। ਅਸੀਂ ਪੈਸੇ ਦੀ ਖਾਤਰ ਕੀਤਾ, ਸਾਨੂੰ ਫਾਂਸੀ ਦੀ ਸਜ਼ਾ ਹੋ ਰਹੀ ਹੈ। ਉਹਨੇ ਇੱਕ ਗੱਲ ਕਹੀ ਸੀ, ਕਹਿੰਦਾ ਤੁਸੀਂ ਇਹ ਦੱਸੋ ਅੱਜ ਤੱਕ ਕਿਸੇ ਅਮੀਰ ਬੰਦੇ ਨੂੰ ਫਾਂਸੀ ਦਿੱਤੀ ਹੈ? ਬਸ ਇੱਕ ਛੋਟਾ ਜਿਹਾ ਸਵਾਲ ਸੀਗਾ ਉਹਦਾ, ਔਰ ਉਹਦਾ ਜਵਾਬ ਨਹੀਂ ਹੈ। ਸੋ ਜੇ ਕਾਨੂੰਨ ਦੇ ਉਹਨੂੰ ਇੱਕ ਹੋਰ ਮੈਨੂੰ ਯਾਦ ਆ ਗਈ, ਮੇਰੇ ਇੱਕ ਦੋਸਤ ਸੀ, ਉਹ ਜੱਜ ਬਣੇ, ਤੇ ਮੇਰੇ ਪਿਤਾ ਜੀ ਉਹਨੂੰ ਬੈਠੇ ਤੇ ਗੱਲ ਕਰ ਰਹੇ ਸੀ, ਤੇ ਉਹਨੂੰ ਇੱਕ ਗੱਲ ਕਹਿਣ ਲੱਗੇ ਕਿ ਜੇ ਤੁਸੀਂ ਕਿਉਂਕਿ ਅਦਾਲਤਾਂ ਕਹਿੰਦੀਆਂ ਹਿੰਦੁਸਤਾਨ ਵਿੱਚ these are court of law not court of justice, ਇਹ ਲਫ਼ਜ਼ ਵਰਤਿਆ ਜਾਂਦਾ, this is a court of law not court of justice। ਤੇ ਪਿਤਾ ਜੀ ਨੇ ਉਹਨੂੰ ਪੁੱਛਿਆ ਸੀ ਕਿ ਜੇ ਤੁਸੀਂ ਜਸਟਿਸ ਦੇ ਨਹੀਂ ਸਕਦੇ, ਫਿਰ ਆਪਣੇ ਆਪ ਨੂੰ ਜਸਟਿਸ ਕਵਾਉਂਦੇ ਕਿਉਂ ਹੋ, ਜਸਟਿਸ ਕਿਉਂ ਕਵਾਉਂਦੇ ਹੋ? ਤੁਹਾਨੂੰ ਤਾਂ ਫਿਰ ਲਾਅਮੈਨ ਜਾਂ ਕੁਝ ਹੋਰ ਕਹਿ ਲੈਣਾ ਚਾਹੀਦਾ, ਤੁਸੀਂ ਜਸਟਿਸ ਕਿਉਂ ਕਵਾਉਂਦੇ ਹੋ? ਪਰ ਇੱਥੇ ਇਹਦੇ ਪਿੱਛੇ ਨਾ ਉਹਨਾਂ ਦਾ ਕਸੂਰ ਹੈ, ਨਾ ਉਹ ਸਿਸਟਮ ਦਾ ਕਸੂਰ ਹੈ। ਜਿਹੜੀ ਵਾਗਡੋਰ ਹੈ, ਜਿਹੜੀ ਸਾਰਾ ਕੁਝ ਹੈਗਾ, ਉਹ ਹੈਗਾ ਰਾਜਨੀਤਿਕ ਬੰਦਿਆਂ ਦੇ ਹੱਥ ਵਿੱਚ। ਜਦੋਂ ਰਾਜਨੀਤਿਕ ਬੰਦਾ, ਜਿਹੜਾ ਰਾਜਨੀਤਿਕ ਰਾਜਾ ਹੈ ਇੱਕ ਕਿਸਮ ਦਾ, ਉਹਦੇ ਲਈ ਅਗਰ ਸਾਰੇ ਬਰਾਬਰ ਨਹੀਂ ਹੋਣਗੇ, ਉਹ ਸਾਰਿਆਂ ਨੂੰ ਇੱਕ ਤਰ੍ਹਾਂ ਨਹੀਂ ਦੇਖੇਗਾ। ਜਿਹੜੀ ਗੱਲ ਅਟਲ ਬਿਹਾਰੀ ਵਾਜਪੇਈ ਨੇ ਵੀ ਕਹੀ ਸੀ ਕਿ ਜਿਹੜਾ ਪ੍ਰਧਾਨ ਮੰਤਰੀ ਹੈ ਜਾਂ ਰਾਜਾ ਹੈ, ਉਸਨੂੰ ਰਾਜ ਧਰਮ ਦਾ ਨਿਰਵਾਹ ਕਰਨਾ ਚਾਹੀਦਾ। ਇਹ ਉਹਦੀ ਕੋਟੇਸ਼ਨ ਬੜੀ ਵੱਡੀ ਸੀਗੀ ਕਿ ਜੇ ਉਹ ਕਹਿਣ ਨੂੰ ਭਾਵੇਂ ਕਹੀ ਜਾਏ ਕਿ ਜੀ ਹਾਂ ਅਸੀਂ ਸਾਰੇ ਕਰਦੇ ਹਾਂ, ਪਰ ਜੇ ਅਮਲੀ ਤੌਰ ਦੇ ਉੱਤੇ ਨਹੀਂ ਹੋਏਗਾ, ਤੇ ਫਿਰ ਉਹ ਜਿਸ ਨੂੰ ਕਹਿੰਦੇ ਆ ਨਾ ਕਿ ਜਿਹੜੀ ਆਵਾਜ਼ੇ ਖਲਕ ਨਕਾਰਾਏ ਖੁਦਾ ਹੈ ਨਾ, ਜਿਸ ਨੂੰ ਭਾਈ ਨੰਦ ਲਾਲ ਜੀ ਨੇ ਕਿਹਾ ਫਰੀਦਾ ਖਾਲਕ, ਉਹਦੇ ਚ ਬਾਬਾ ਫਰੀਦ ਜੀ ਨੇ ਕਿਹਾ ਫਰੀਦਾ ਖਾਲਕ ਖਲਕ ਮੈਂ ਖਲਕ ਵਸੇ ਰੱਬ ਮਾਏ, ਮੰਦਾ ਕਿਸ ਨੂੰ ਆਖੀਏ ਜਾਂ ਤਿਸ ਬਿਨ ਕੋਈ ਨਾ ਹੈ। ਇਹ ਜਿਹੜੀ ਖਲਕਤ ਹੈ, ਜਿਹੜੀ ਜਨਤਾ ਹੈ, ਜਿਹੜੀ ਗਰੀਬ ਜਨਤਾ ਹੈ, ਕੀ ਉਹ ਡੈਮੋਕ੍ਰੇਸੀ ਦਾ ਉਹ ਕਿਹੜਾ? ਅਸੀਂ ਕਹੀ ਜਾਂਦੇ ਹਾਂ ਜੀ ਸਾਡੇ ਕੋਲ ਬੁਲਟ ਟ੍ਰੇਨਸ ਆ ਰਹੀਆਂ, ਸਾਡੇ ਕੋਲ ਇਹ ਆ ਰਹੀਆਂ, ਸਾਡੇ ਕੋਲ ਫਲਾਣੀਆਂ ਟ੍ਰੇਨਸ ਆ ਰਹੀਆਂ, ਤੇ ਸੈਂਕੜੇ ਮੀਲ ਦਾ ਸਫ਼ਰ ਬਿਨਾਂ ਚੱਪਲ ਜਾਂ ਫਟੇ ਹੋਈ ਚੱਪਲ ਦੇ ਨਾਲ ਉਹ ਬੱਚਿਆਂ ਨੂੰ ਲੈ ਕੇ, ਜਿਹੜੇ ਮਜ਼ਦੂਰ, ਉਹ ਕਿਰਤੀ ਬੰਦੇ, ਉਹ ਸਫ਼ਰ ਕਰਦੇ ਹੈ ਕਿ ਉਸ ਦੇ ਉੱਤੇ ਕੀ ਫਿਰ ਇਹ ਗੌਰਵ ਕੀਤਾ ਜਾਏ, ਕਿਸ ਤਰੀਕੇ ਨਾਲ ਫਿਰ ਉਹ ਦਿਨ ਮਨਾਏ ਜਾਣ ਕਿ ਅਸੀਂ ਬਹੁਤ ਵੱਡਾ ਗਣਤੰਤਰ ਆ। ਠੀਕ ਹੈ, ਮਤਲਬ, ਪਰ ਜ਼ਰੂਰੀ ਨਹੀਂ ਕਿ ਜਿਤਨੇ ਕਿ ਸਾਧਨ ਹੈ ਉਹਦੇ ਚ ਹਰ ਕਿਸੇ ਨੂੰ ਹਰ ਚੀਜ਼ ਦਿੱਤੀ ਜਾਏ, ਪਰ ਉਸ ਪਾਸੇ ਤੁਰਦਾ ਵੀ ਨਜ਼ਰ ਆਉਣਾ ਚਾਹੀਦਾ ਹੈਗਾ ਕਿ ਅਗਰ ਕਾਨੂੰਨ ਜੀ ਇਹਦੇ ਚ ਦੋ ਸਵਾਲ ਸਾਡੇ ਕੋਲ ਆਏ ਨੇ ਜਿਹੜੇ ਲੈ ਕੇ ਅਸੀਂ ਖਤਮ ਕਰ ਦੇਣਾ। ਇੱਕ ਤਾਂ ਸਾਡੇ ਕੋਲ ਪੁੱਛ ਰਹੇ ਨੇ ਸਰਦਾਰ ਜਗਦੀਪ ਸਿੰਘ
ਕਿ ਕੀ ਨਵੇਂ ਰਾਸ਼ਟਰਪਤੀ ਦੇ ਆਉਣ ਨਾਲ ਭਾਰਤ ਦੀ ਸਿਆਸਤ ਤੇ ਕੋਈ ਅਸਰ ਪਏਗਾ? ਇਹਦਾ ਤੁਸੀਂ ਆਨਸਰ ਕਰੋ, ਮੈਂ ਦੂਜਾ ਸਵਾਲ ਇੱਕ ਬੜਾ ਰੈਲੇਵੈਂਟ ਸੀ ਉਹ ਵੀ ਦੇਖ ਲਵਾਂ ਜੀ। ਦੇਖੋ ਜੀ, ਇਹ ਜਿਹੜਾ ਹੈਗਾ ਨਵਾਂ ਜਿਹੜਾ ਰਾਸ਼ਟਰਪਤੀ ਹੈ, ਉਹ ਭਾਵੇਂ ਚਾਹੇ ਜਾਂ ਨਾ ਚਾਹੇ, ਉਹਦੀ ਚੋਇਸ ਹੋਏ ਜਾਂ ਨਾ ਹੋਏ, ਉਹਦੀ ਇੱਛਾ ਹੋਏ ਨਾ ਹੋਏ, ਉਸ ਨੂੰ ਇਹ ਜਿਹੜਾ ਜਿੰਨ, ਜਿਹੜਾ ਭੂਤ ਹੈਗਾ, ਇਹ ਬੋਤਲ ਚੋਂ ਬਾਹਰ ਆਇਆ, ਉਹਨੂੰ ਅੰਦਰ ਵੜਨਾ ਪੈਣਾ। ਜੇ ਨਹੀਂ ਹੋਏਗਾ ਤੇ ਅਮਰੀਕਾ, ਉਹ ਫਿਰ ਅਮਰੀਕਾ ਨਹੀਂ ਰਹਿ ਜਾਏਗਾ। ਇਹ ਬੜੀ ਸਿੱਧੀ ਜੀ ਗੱਲ ਹੈਗੀ ਹੈ। ਇਸ ਕਰਕੇ ਉਹਦੇ ਕੋਲ ਚੋਇਸ ਨਹੀਂ ਹੈ। ਔਰ ਇਸ ਗੱਲ ਦੇ ਲਈ ਜਿਹੜੀ ਦੂਜੀ ਪਾਰਟੀ ਹੈ, ਉਹਦੇ ਵੀ ਜਿਹੜੇ ਮੈਂਬਰ ਹੈਗੇ, ਉਹ ਵੀ ਸਹਿਮਤ ਹੈ। ਇਸ ਕਰਕੇ ਤੁਸੀਂ ਦੇਖੋਗੇ ਕਿ ਉਹ ਜਿਹੜੀ ਇਹਨਾਂ ਦੀ ਕਨਫਰਮੇਸ਼ਨ ਵਿੱਚ ਜਿਹੜੀ ਵਿਰੋਧਤਾ ਸ਼ੁਰੂ ਹੋਈ ਸੀ, 14 ਮੈਂਬਰ ਵਿਰੋਧ ਵਿੱਚ ਸੀ, ਉਹ 6 ਰਹਿ ਗਏ ਸੀ। ਇਹਦਾ ਮਤਲਬ ਉਹਨਾਂ ਦੇ ਵਿੱਚੋਂ ਵੀ ਬੰਦੇ ਉਧਰ ਆਏ ਹੈ ਕਿ ਨਹੀਂ, ਸਾਨੂੰ ਮੁਲਕ ਦੀ ਬਿਹਤਰੀ ਲਈ ਕੰਮ ਕਰਨਾ ਚਾਹੀਦਾ। ਔਰ ਉਹਨਾਂ ਨੇ ਮਿਲ ਕੇ ਅੱਜ ਉਹਨਾਂ ਦੇ ਵਿੱਚੋਂ ਵੀ ਬੜੇ ਬੰਦੇ ਹੈਗੇ ਆ ਜਿਹੜੇ ਬਹੁਤ ਖੁੱਲ ਕੇ ਕਹਿ ਰਹੇ ਆ ਕਿ ਅਸੀਂ ਸਾਰੀ ਜ਼ਿੰਦਗੀ ਅਸੀਂ ਸਮਾਂ ਬਰਬਾਦ ਕੀਤਾ, ਗਲਤ ਅਸੀਂ ਸਟੈਂਡ ਲਈ ਰੱਖਿਆ। ਔਰ ਸਾਨੂੰ ਉਹਨਾਂ ਦਾ ਮੇਨ ਹੈਗਾ ਸੀ ਜਿਹੜਾ ਮੈਂਬਰ ਸੀਗਾ ਲਿੰਡਸੇ ਗ੍ਰਾਹਮ, ਉਸ ਨੂੰ ਉਹਨੇ ਖੁੱਲ ਕੇ ਪਾਰਲੀਮੈਂਟ ਵਿੱਚ ਕਿਹਾ ਕਿ ਮੈਨੂੰ ਅਫਸੋਸ ਹੈ ਕਿ ਮੈਂ ਗਲਤ ਸਾਥ ਦਿੰਦਾ ਰਿਹਾ। ਔਰ ਉਸ ਦੇ ਬਾਅਦ ਕੱਲ ਉਹ ਜਦੋਂ ਹਵਾਈ ਅੱਡੇ ਤੇ ਜਾ ਰਿਹਾ ਸੀ ਤੇ ਭੀੜ ਨੇ ਉਹਦਾ ਮਜ਼ਾਕ ਉਡਾਇਆ, ਉਹਨੂੰ ਹੂਟ ਕੀਤਾ ਹੈਗਾ। ਪਰ ਇਹਦਾ ਮਤਲਬ ਹੈਗਾ ਕਿ ਇਹ ਜਿਹੜਾ ਇੱਕ ਵਾਰੀ ਇਤਨਾ ਕੁਝ ਹੋ ਗਿਆ, ਜਿਹਨੂੰ ਮੈਂ ਸ਼ੁਰੂ ਚ ਕਹਿ ਰਿਹਾ, ਉਹ ਜਿਹੜਾ ਜਿੰਨ ਬਾਹਰ ਨਿਕਲਿਆ, ਉਹਨੂੰ ਵਾਪਸ ਅੰਦਰ ਬੋਤਲ ਦੇ ਪਾਣਾ ਪੈਣਾ। ਔਰ ਇਹ ਕੁਦਰਤੀ ਤੌਰ ਦੇ ਉੱਤੇ ਜਿਹੜਾ ਰਾਸ਼ਟਰਪਤੀ ਹੈਗਾ, ਉਹਨੂੰ ਕੁਝ ਅਸੂਲਾਂ ਦੇ ਨਾਲ ਲੈ ਕੇ, ਕੇਵਲ ਇੱਕ ਜਿਹੜੀਆਂ ਖਾਲੀ ਨਾਅਰਿਆਂ ਨਾਲ ਨਹੀਂ, ਮੁਲਕ ਨਾਅਰਿਆਂ ਨਾਲ ਨਹੀਂ ਚੱਲਦਾ ਕਿ ਕਦੀ ਕੋਈ ਨਾਅਰਾ ਦੇ ਦਿਓ, ਕਦੀ ਕੋਈ ਦੇ ਦਿਓ, ਪਰ ਜਿਹੜੀ ਗੱਲ ਹੈਡ ਆਫ ਦੀ ਸਟੇਟ ਦੇ ਮੂੰਹੋਂ ਨਿਕਲਦੀ ਹੈ, ਉਹ ਗੱਲਾਂ ਇਤਿਹਾਸ ਦਾ ਅੰਗ ਬਣ ਜਾਂਦੀਆਂ। ਉਹ ਕਦੀ ਵੀ ਨਹੀਂ ਜਾਂਦੀਆਂ, ਕਦੀ ਵੀ ਨਹੀਂ ਮੁੜਦੀਆਂ। ਮੈਂ ਸਿਰਫ ਨਾਅਰੇ ਜਿਹੜੇ ਹੈਗੇ ਆ, ਉਹ ਜਿਹੜੇ ਕਦੀ ਵੀ ਲੋਕ ਨਹੀਂ ਭੁੱਲਦੇ। ਜਦੋਂ ਕਿਹਾ ਗਿਆ ਜੀ ਕਿ ਬੜਾ ਪੇੜ ਗਿਰਤਾ ਹੈ, ਧਰਤੀ ਹਿਲਤੀ ਹੈ, ਉਹ ਇੱਕ ਇਤਿਹਾਸ ਦਾ ਅੰਗ ਬਣ ਜਾਂਦਾ। ਜਦੋਂ ਕਿਹਾ ਗਿਆ ਕਿ ਕਾਂਗਰਸ ਪ੍ਰੈਜ਼ੀਡੈਂਟ ਦੇਵਕਾਂਤ ਬਰੂਆ ਨੇ ਕਿਹਾ ਕਿ ਜੀ ਉਹ ਜਬ ਕਹਿੰਦਾ ਇੰਡੀਆ ਇਜ਼ ਇੰਦਰਾ, ਇੰਦਰਾ ਇਜ਼ ਇੰਡੀਆ, ਤੇ ਜਦੋਂ ਲੋਕਾਂ ਨੂੰ ਇਹ ਕਿਹਾ ਗਿਆ ਤੁਸੀਂ ਸਾਨੂੰ ਵੋਟ ਦੇ ਦਿਓ, 15-15 ਲੱਖ ਤੁਹਾਡੇ ਕੋਲ ਆ ਜਾਣਗੇ। ਸੋ ਇਹ ਜਿਹੜੇ ਜ਼ਿੰਮੇਵਾਰ ਫਿਰ ਕਹਿ ਦੇਣਾ ਕਿ ਜੁਮਲਾ ਸੀ, ਤੋ ਇਹ ਜਿਹੜੀ ਜੁਮਲੇਬਾਜ਼ੀ ਨਾਲ ਮੁਲਕ ਜਿਹੜੇ ਹੈ, ਸਟੇਟਸਮੈਨਸ਼ਿਪ ਇਹਦੇ ਨਾਲ ਨਹੀਂ ਚੱਲਦੀ। ਸੋਲਿਡ ਤਰੀਕੇ ਦੇ ਨਾਲ ਜਿਹੜੀਆਂ ਤੁਹਾਡੀਆਂ ਪਾਵਰਸ ਹੈ, ਉਹ ਤੁਹਾਨੂੰ ਦੇਣੀਆਂ ਚਾਹੀਦੀਆਂ। ਲੋਕਾਂ ਨੂੰ ਝੂਠੇ ਲਾਰੇ ਜਿਹੜੇ ਹੈਗੇ, ਉਹ ਕਿਤਨੀ ਦੇਰ ਤੱਕ ਲੋਕਾਂ ਨੂੰ ਇਕੱਠਿਆਂ ਰੱਖ ਸਕਦੇ ਹੈ ਜੀ। ਸਿਰਫ ਇੱਕ ਲਾਈਨ ਚ ਮੈਨੂੰ ਦੱਸਿਓ, ਜਸਵੰਤ ਸਿੰਘ ਪੁੱਛਦੇ ਆ ਕਿ ਜਰੂਰ ਦੱਸਣਾ ਕਿ ਸੰਵਿਧਾਨ ਦੀ ਸਹੁੰ ਸਿਰਫ ਸਿਪਾਹੀ ਜਾਂ ਫੌਜੀ ਲਈ ਜ਼ਰੂਰੀ ਹੁੰਦੀ ਹੈ ਜਾਂ ਹੋਰਾਂ ਲਈ ਵੀ ਜ਼ਰੂਰੀ ਹੈ, ਤੇ ਇਹ ਕਿੰਨੇ ਕਿਸਮ ਦੀ ਹੁੰਦੀ ਹੈ? ਜਲਦੀ ਦੇ ਵਿੱਚ ਮੈਨੂੰ ਦੱਸ ਦਿਓ ਜ਼ਰਾ। ਸਵਾਲ ਤੇ ਬੜਾ ਇੱਧਰ ਉੱਧਰ ਦਾ ਹੈ, ਪਰ ਮੈਨੂੰ ਲੱਗਦਾ ਹੈ ਕਿ ਸਿਰਫ ਸਹੁੰ ਤਾਂ ਵੈਸੇ ਮੈਨੂੰ ਨਹੀਂ ਲੱਗਦਾ ਕਿ ਸਹੁੰ ਦਾ ਤੇ ਸਿੱਖਾਂ ਦੇ ਵਿੱਚ ਕੋਈ ਕਨਸੈਪਟ ਹੀ ਹੈ ਨਹੀਂ। ਖੈਰ ਚਲੋ ਛੱਡ ਦਿੰਦੇ ਇਹਨੂੰ ਜੀ। ਜਿਹੜੀ ਦੇਖੋ ਜੀ, ਸੰਵਿਧਾਨਕ ਅਹੁਦੇ ਤੇ ਜਿਹੜਾ ਵੀ ਵਿਅਕਤੀ ਹੈਗਾ, ਭਾਵੇਂ ਐਮਐਲਏ ਹੈ, ਐਮਪੀ ਹੈ ਜਾਂ ਮਿਨਿਸਟਰ ਬਣਦਾ ਹੈ, ਪ੍ਰਾਈਮ ਮਿਨਿਸਟਰ ਬਣਦਾ ਹੈ, ਹਰ ਇੱਕ ਨੂੰ ਜਿਹੜੀ ਹੈਗੀ ਹੈ ਉਹ ਓਥ ਲੈਣੀ ਪੈਂਦੀ ਹੈਗੀ ਹੈ। ਇਹ ਤਾਂ ਹੈ ਹੀ ਹੈ ਉਹਦੀ ਓਥ। ਪਰ ਹੁਣ ਉਹਦੀ ਓਥ ਵੇਲੇ ਲੈਣ ਵਾਲੇ ਦੇ ਉੱਤੇ ਹੈ ਨਾ, ਇਹ ਤਾਂ ਫਿਰ ਉਹੀ ਗੱਲ ਹੋ ਗਈ ਕਿ ਉਸਦੀ ਕਿੰਨੀ ਕਮਿਟਮੈਂਟ ਹੈਗੀ ਹੈ। ਫਿਰ ਉਹ ਜਿਹੜਾ ਬੰਦਾ ਸੰਵਿਧਾਨ ਦੀ ਓਥ ਲੈ ਰਿਹਾ, ਸਹੁੰ ਲੈ ਰਿਹਾ, ਉਹਦੇ ਲਈ ਅਗਰ ਸੰਵਿਧਾਨ ਦਾ ਸਤਿਕਾਰ ਹੀ ਨਹੀਂ ਹੈ, ਉਹਦੇ ਕੋਲੋਂ ਸਹੁੰ ਚੁੱਕ ਕੇ ਭਾਵੇਂ ਜੋ ਮਰਜ਼ੀ ਉਹਦੇ ਤੇ ਕਰਾ ਲਓ, ਉਹਦੇ ਕੋਲੋਂ ਜਿੰਨਾ ਮਰਜ਼ੀ ਕਰਾ ਲਓ। ਜੇ ਉਹ ਸੰਵਿਧਾਨ ਨੂੰ ਮੰਨਦਾ ਹੀ ਨਹੀਂ, ਇਹ ਤਾਂ ਮੈਨੂੰ ਇੱਕ ਗੱਲ ਬੜੀ ਯਾਦ ਆ ਰਹੀ ਹੈ। ਕਹਿੰਦੇ ਕਿ ਜਦੋਂ ਗੁਰੂ ਸਾਹਿਬ ਨੇ ਸੀਸ ਮੰਗੇ ਸੀ ਤੇ ਉਹ ਜਦੋਂ ਦੇਖਿਆ ਸੀਸ ਮੰਗ ਰਹੇ ਤੇ ਇੱਕ ਫਿਰ ਖੜਾ ਹੋ ਕੇ ਉਹ ਸੇਵਾਦਾਰ ਨੂੰ ਕਹਿੰਦਾ, ਸਹੁੰ ਗੁਰਾਂ ਦੀ ਮੈਂ ਮੁੜ ਕੇ ਆਇਆ। ਕਹਿੰਦਾ ਉਹ ਕਹਿੰਦਾ ਸਹੁੰ ਗੁਰਾਂ ਦੀ ਮੈਂ ਮੁੜ ਕੇ ਆ ਰਿਹਾ। ਸੋ ਜਿਹਨੇ ਮੰਨਣਾ ਹੀ ਨਹੀਂ, ਜਿਹਨੂੰ ਸੰਵਿਧਾਨ ਦੀ ਉਹ ਇੱਕ ਇਹਨੂੰ ਕਿਤਾਬ ਹੀ ਸਮਝ ਰਿਹਾ, ਉਹ ਇਸ ਦੇ ਲਈ ਸੰਵਿਧਾਨ। ਦੇਖੋ ਇੱਕ ਗੱਲ ਮੈਂ ਕਹਿਣੀ ਚਾਹਾਂਗਾ, ਸੰਵਿਧਾਨ ਦੀ ਜਦੋਂ ਤੁਸੀਂ ਗੱਲ ਕਰ ਰਹੇ ਹੋ, ਸੰਵਿਧਾਨ ਦੇ ਵਿੱਚ ਇੱਥੇ ਰੰਧਾਵਾ ਸਾਹਿਬ ਦੋ ਗੱਲਾਂ ਹੈਗੀਆਂ। ਇੱਥੇ ਇੱਕ ਜਿਹੜੀ ਜੱਜਸ ਵੀ ਜਿਹੜੇ ਆ, ਜੱਜ ਹੈਗੇ ਆ ਜਿਹੜੇ ਸੁਪਰੀਮ ਕੋਰਟ ਦੇ, ਇੱਕ ਤਾਂ ਉਹਨਾਂ ਦੀ ਇਹ ਹੈਗੀ ਹੈ ਕਿ ਉਹਨਾਂ ਦੀ ਕੋਈ ਰਿਟਾਇਰਮੈਂਟ ਏਜ ਨਹੀਂ ਹੈਗੀ ਜੀ। ਸੁਪਰੀਮ ਕੋਰਟ ਦੇ ਜੱਜਸ ਦੀ ਗਿਣਤੀ ਸਿਰਫ 9 ਹੈ, ਸਿਰਫ 9 ਜੱਜ ਹੈਗੇ ਆ ਸੁਪਰੀਮ ਕੋਰਟ ਦੇ, ਔਰ ਉਹਨਾਂ ਦੀ ਗਿਣਤੀ 9 ਹੈ ਔਰ ਉਹਨਾਂ ਦੀ ਰਿਟਾਇਰਮੈਂਟ ਏਜ ਵੀ ਨਹੀਂ ਹੈ। ਉਹਦੇ 'ਚ ਇਹ ਲਿਖਿਆ ਕਿ ਜਿੰਨੀ ਦੇਰ ਤੱਕ ਉਹਨਾਂ ਦਾ ਦਿਮਾਗ ਚੱਲਦਾ, ਉਹ ਸਮਝਦੇ ਆ ਕਿ ਉਹ ਆਪਣੀ ਡਿਊਟੀ ਦੇ ਸਕਦੇ ਆ, ਉਹ ਡਿਊਟੀ ਕਰ ਸਕਦੇ ਆ, ਉਹ ਰਿਟਾਇਰ ਨਹੀਂ ਹੁੰਦੇ ਕਦੀ।
एक बड़ी वड्डी चीज है, उन्होंने कोई डर नहीं, कोई खतरा नहीं। और दूसरी चीज ਜਿਹੜੀ ਇਹਨਾਂ ਦੀ ਹੈਗੀ ਹੈ ਕਿ ਇਹ ਸੰਵਿਧਾਨ ਦੀ ਜਿਹੜੀ ਵੀ ਇਹਨਾਂ ਨੇ ਓਥ ਲੈਂਦੇ ਹੈ, ਸੰਵਿਧਾਨ ਜਿਹੜਾ ਬਣਾਇਆ 250 ਸਾਲ ਹੋ ਗਏ ਹੈ, ਪਰ ਸੰਵਿਧਾਨ ਦੇ ਵਿੱਚ ਬਹੁਤ ਥੋੜੀਆਂ ਅਮੈਂਡਮੈਂਟਸ ਹੋਈਆਂ, ਬਹੁਤ ਥੋੜੀਆਂ। ਸੋ ਉਹ ਭਾਵੇਂ ਜੱਜ ਹੈ, ਭਾਵੇਂ ਉਹ ਜਿਹੜੇ ਮੈਂਬਰ ਹੈਗੇ ਆ, ਉਹ ਵੰਡੇ ਹੋਏ ਦੋ ਧੜਿਆਂ ਚ ਹੈ। ਇੱਕ ਕੰਜ਼ਰਵੇਸ਼ਨਿਸਟ ਹੈਗੇ ਆ, ਉਹ ਕਹਿੰਦੇ ਮੂਲ ਭਾਵਨਾ ਜਿਹੜੀ ਸੰਵਿਧਾਨ ਦੀ ਹੈ ਅਸੀਂ ਉਸ ਨੂੰ ਲਾਗੂ ਕਰਨਾ, ਇਹ ਇਸ਼ੂ ਹੈਗਾ। ਦੂਜੇ ਜਿਹੜੇ ਹੈ ਉਹ ਪ੍ਰੋਗਰੈਸਿਵ ਹੈਗੇ ਆ, ਉਹ ਕਹਿੰਦੇ ਤਬਦੀਲੀ ਹੋਣੀ ਚਾਹੀਦੀ ਹੈ, ਬਦਲੇ ਹੋਏ ਹਾਲਾਤ ਦੇ ਵਿੱਚ ਜਿਹੜਾ ਉਹ ਸਾਨੂੰ ਕਰਨਾ ਚਾਹੀਦਾ। ਪਰ ਸਾਡੇ ਵਿੱਚ ਕੀ ਹੈਗਾ, ਮੁਲਕ ਅਸੀਂ ਸੰਵਿਧਾਨ ਦੇ ਅਨੁਰੂਪ ਆਪਣੇ ਆਪ ਨੂੰ ਨਹੀਂ ਬਣਾਉਂਦੇ, ਆਪਣੇ ਸੰਵਿਧਾਨ ਨੂੰ ਆਪਣੇ ਅਨੁਰੂਪ ਢਾਲਣਾ ਚਾਹੁੰਦੇ ਆ। ਬਿਲਕੁਲ। ਜਦੋਂ ਕੋਈ ਕੇਸ ਤੁਸੀਂ ਦੇਖੋਗੇ, ਜਦੋਂ ਦੇਖੋਗੇ ਕੋਈ ਸੁਪਰੀਮ ਕੋਰਟ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਇੱਕ ਹੈ ਸੁਪਰੀਮ ਕੋਰਟ ਵਿੱਚ ਕੇਸ ਸਰਕਾਰ ਹਾਰ ਜਾਂਦੀ ਹੈ, ਉਹਦੇ ਬਾਅਦ ਉਹ ਸੰਵਿਧਾਨ ਵਿੱਚ ਤਰਮੀਮ ਕਰਦੇ ਔਰ ਲਿਖ ਵੀ ਦਿੰਦੇ ਹੈ ਕਿਉਂਕਿ ਇਹ ਕੇਸ ਆਇਆ ਸੀ, ਇਹਦੇ ਵਿੱਚ ਸਾਡੀ ਗੱਲ ਨਹੀਂ ਮੰਨੀ ਗਈ, ਇਸ ਕਰਕੇ ਅਸੀਂ ਸੰਵਿਧਾਨ ਵਿੱਚ ਤਬਦੀਲੀ ਕਰ ਰਹੇ ਹਾਂ ਜੀ। ਸੋ ਅਮਰੀਕਾ ਦੇ ਵਿੱਚ ਇੱਕ ਬੁਨਿਆਦੀ ਫਰਕ ਹੈ, ਫੈਡਰਲ ਦੋਨੋਂ ਗਵਰਨਮੈਂਟ ਹੈ, ਫੈਡਰਲਿਜ਼ਮ ਹੈ, ਪਰ ਇੱਥੇ ਫੈਡਰਲਿਜ਼ਮ ਵਰਕਿੰਗ ਹੈ, ਇੱਥੇ ਪ੍ਰੈਕਟੀਕਲ ਹੈ। ਉੱਥੇ ਮੰਨ ਲੈਣਾ ਪਏਗਾ ਫੈਡਰਲਿਜ਼ਮ ਨਹੀਂ ਹੈਗਾ। ਜਦੋਂ ਮਰਜ਼ੀ ਜਿਹੜੀ ਮਰਜ਼ੀ ਸਰਕਾਰ ਨੂੰ ਤੋੜ ਦਿੱਤੀ ਜਾ ਸਕਦੀ ਹੈ, ਇਹਨਾਂ ਕੋਲ ਪਾਵਰ ਹੈ, ਭਾਵੇਂ ਕੋਈ ਸਟੇਟ ਤੋੜ ਦਿਓ, ਭਾਵੇਂ ਕੋਈ ਉਹਨੂੰ ਤੋੜ ਦਿਓ। ਇੱਥੇ ਗਵਰਨਰ ਔਰ ਨਿਊਯਾਰਕ ਦੇ ਗਵਰਨਰ ਔਰ ਮੇਅਰ ਦੀ ਆਪਸ ਵਿੱਚ ਖੜਕੀ ਹੋਈ ਹੈ, ਕਿਸੇ ਅਸੂਲਾਂ ਨੂੰ ਲੈ ਕੇ। ਮਜਾਲ ਨਹੀਂ ਹੈ ਗਵਰਨਰ ਕਿਸੇ ਮੇਅਰ ਨੂੰ ਹਟਾ ਦੇਵੇ ਜਾਂ ਮੇਅਰ ਕਿਸੇ ਗਵਰਨਰ ਨੂੰ ਹਟਾ ਦੇਵੇ, ਕਿਸੇ ਨੂੰ ਨਹੀਂ ਕਰ ਸਕਦਾ। ਇਹ ਫੈਡਰਲਿਜ਼ਮ ਦਾ ਇੱਕ ਬੜਾ ਅਦਭੁਤ ਨਮੂਨਾ ਜੀ। ਇਹ ਬੁਨਿਆਦੀ ਸਿਧਾਂਤਾਂ ਦੀ ਖੂਬਸੂਰਤੀ ਹੈ ਕਿ ਜਿਹੜੀ ਰੂਹ ਮਰਨ ਨਹੀਂ ਦਿੱਤੀ ਗਈ ਸੰਵਿਧਾਨ ਦੀ। ਬਹੁਤ ਮਿਹਰਬਾਨੀ। ਇੱਕ ਸਾਡੇ ਦੋਸਤ ਮਿਸਟਰ ਬਾਜਵਾ ਇਹ ਕਹਿ ਰਹੇ ਨੇ ਕਿ ਇੱਕ ਸਿੰਗਰ ਸ਼੍ਰੀ ਬਰਾੜ ਜਿਹਨੇ ਕਿਸਾਨੀ ਐਂਥਮ ਲਿਖਿਆ ਸੀਗਾ, ਉਹਦੇ ਤੇ ਪਰਚਾ ਹੋਇਆ, ਉਹਨੂੰ ਅੰਦਰ ਕੀਤਾ ਗਿਆ। ਕੱਲ ਮਿਸਟਰ ਬਲਬੀਰ ਸਿੰਘ ਰਾਜੇਵਾਲ ਨੇ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਤਾੜਨਾ ਕੀਤੀ ਸੀ ਆਪਣੇ ਲਫ਼ਜ਼ਾਂ 'ਚ ਕਿ ਸਾਡੇ ਲੜਕੇ ਨੂੰ ਮਾਰਿਆ ਕੁੱਟਿਆ ਗਿਆ, ਸਾਨੂੰ ਉਹਨੂੰ ਨਹੀਂ ਮਾਰਿਆ, ਕਿਸਾਨਾਂ ਨੂੰ ਮਾਰਿਆ ਤੁਸੀਂ। ਸੋ ਇਹ ਇੱਕ ਵੱਖਰਾ ਵਿਸ਼ਾ ਹੈ ਬਾਜਵਾ ਸਾਹਿਬ, ਅਸੀਂ ਇਹਦੇ ਤੇ ਇੱਕ ਵੱਖਰੀ ਗੱਲ ਜ਼ਰੂਰ ਕਰਾਂਗੇ। ਹਾਂ, ਜਦੋਂ ਤੁਸੀਂ ਇਹ ਜਾਬਤਾ ਲਾਗੂ ਕਰਨਾ ਚਾਹੁੰਦੇ ਹੋ, ਤੁਸੀਂ ਡਿਸਪਲਿਨ ਲਾਗੂ ਕਰਨਾ ਚਾਹੁੰਦੇ ਹੋ ਕਿ ਹਥਿਆਰਾਂ ਵਾਲੇ ਗੀਤ ਪ੍ਰਮੋਟ ਨਾ ਕੀਤੇ ਜਾਣ, ਹਿੰਸਾ ਭੜਕਾਉਣ ਵਾਲੇ ਗੀਤ ਪ੍ਰਮੋਟ ਨਾ ਕੀਤੇ ਜਾਣ, ਤੇ ਫਿਰ ਉਹਦੇ ਲਈ ਇੱਕ ਯੂਨੀਕੋਡ ਹੋਣਾ ਚਾਹੀਦਾ, ਸਾਰਿਆਂ ਲਈ ਜਾਬਤਾ ਹੋਣਾ ਚਾਹੀਦਾ। ਤੁਸੀਂ ਚੂਜ਼ ਨਹੀਂ ਕਰ ਸਕਦੇ ਕਿ ਕਿਹਨੂੰ ਫੜ ਕੇ ਅੰਦਰ ਦੇਣਾ ਹੈ, ਜਾਂ ਤੁਸੀਂ ਉਦਾਹਰਨ ਸੈੱਟ ਕਰਨ ਲਈ ਐਵੇਂ। ਹਾਂ, ਸਾਡੇ ਪੰਜਾਬ ਦੇ ਵਿੱਚ ਇਸ ਕਲਚਰ ਨੇ ਗਨ ਕਲਚਰ ਨੂੰ ਪ੍ਰਮੋਟ ਕੀਤਾ, ਸਿੰਗਰਸ ਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ, ਲੇਕਿਨ ਇਸ ਮੌਕੇ ਤੇ ਕਿਸੇ ਇੱਕ ਨੂੰ ਚੁਣ ਕੇ ਟਾਰਗੇਟ ਕਰਨਾ ਉਹ ਇੱਕ ਪਹਿਲੂ ਹੋ ਸਕਦਾ ਹੈ। ਇਹਦੇ ਉੱਤੇ ਅਸੀਂ ਜ਼ਰੂਰ ਗੱਲ ਕਰਾਂਗੇ ਔਰ ਕੈਪਟਨ ਅਮਰਿੰਦਰ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਵਿੱਚ ਦਖਲ ਵੀ ਦੇਣਾ ਚਾਹੀਦਾ। ਅੱਜ ਉਹਨਾਂ ਦੀ ਇੱਕ ਸਟੇਟਮੈਂਟ ਵੀ ਸੀ ਕਿ ਉਹਨਾਂ ਨੇ ਇਹ ਕਿਹਾ, ਜਸਟੀਫਾਈ ਕੀਤਾ ਕਿ ਉਹ ਕਿਸਾਨਾਂ ਵਾਲੇ ਗਾਣੇ ਕਰਕੇ ਨਹੀਂ, ਪਹਿਲੇ ਗਾਣੇ ਕਰਕੇ ਸ਼੍ਰੀ ਬਰਾੜ ਨੂੰ ਅੰਦਰ ਕੀਤਾ ਹੈ, ਲੇਕਿਨ ਉਹ ਲੜਕਾ ਕ੍ਰੀਏਟਿਵ ਜ਼ਰੂਰ ਹੈ, ਉਹਨੂੰ ਵੀ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੋਣਾ ਚਾਹੀਦਾ। ਬਾਕੀ ਗੀਤਕਾਰਾਂ ਤੇ ਸਿੰਗਰਸ ਨੂੰ ਵੀ ਚਾਹੀਦਾ ਕਿ ਸਿਰਫ ਵਿਊਜ਼ ਦੀ ਖਾਤਰ, ਮਸ਼ਹੂਰੀ ਦੀ ਖਾਤਰ, ਓਵਰਨਾਈਟ ਅੰਬਰ ਤੇ ਨਾਂ ਲਿਖਣ ਦੀ ਚਾਹਤ ਨੂੰ ਪੂਰਾ ਕਰਨ ਲਈ ਸਮਾਜਿਕ ਜ਼ਿੰਮੇਵਾਰੀ ਤੋਂ ਨਾ ਭੱਜੋ। ਤੁਹਾਨੂੰ ਲੋਕ ਫੋਲੋ ਕਰਦੇ ਆ, ਆਈਡੀਅਲ ਮੰਨਦੇ ਆ, ਇੰਜ ਨਾ ਕਰੋ ਕਿ ਗੁਨਾਹਗਾਰ ਬਣੋ। ਸੋ ਅਸੀਂ ਉਹਦੀ ਨਿੰਦਾ ਕਰਦੇ ਆ, ਉਹਨੂੰ ਅੰਦਰ ਦੇਣ ਦੀ। ਹਾਂ, ਡਿਸਪਲਿਨ ਬਣਾਓ, ਫਿਰ ਜਿਹੜੀ ਉਹਦੀ ਉਲੰਘਣਾ ਕਰਦਾ ਕਾਨੂੰਨ ਲੈ ਆਓ, ਲੇਕਿਨ ਬੋਲਣ ਦੀ ਆਜ਼ਾਦੀ ਬਰਕਰਾਰ ਰਹਿਣੀ ਚਾਹੀਦੀ ਆ। ਕੱਲ ਨੂੰ ਤਾਂ ਅਸੀਂ ਵੀ ਲੋਕ ਤੁਹਾਨੂੰ ਸਲਾਖਾਂ ਦੇ ਪਿੱਛੇ ਨਜ਼ਰ ਆ ਸਕਦੇ ਹਾਂ, ਕਿਉਂਕਿ ਬੋਲਦੇ ਆ, ਤੇ ਬੋਲਦੇ ਆ ਕਈ ਵਾਰੀ ਬੰਦਾ ਜਜ਼ਬਾਤੀ ਵੀ ਹੁੰਦਾ, ਸਰਕਾਰਾਂ ਨੂੰ ਵਾਰਾ ਵੀ ਨਹੀਂ ਖਾਂਦਾ। ਪਰ ਫਰਕ ਨਹੀਂ ਪੈਣਾ ਚਾਹੀਦਾ, ਕੰਮ ਕਰਦੇ ਰਹਿਣਾ ਚਾਹੀਦਾ, ਲੇਕਿਨ ਸਮਾਜਿਕ ਸਰੋਕਾਰਾਂ ਨੂੰ ਤੋੜੇ ਬਿਨਾਂ, ਸਮਾਜਿਕ ਕੰਸਰਨਸ ਨੂੰ ਤੁਸੀਂ ਆਪਣਾ ਮੰਨ ਕੇ ਚੱਲੋ। ਸੋ ਤੁਸੀਂ ਜਾਂਦੇ ਜਾਂਦੇ ਬਸ ਬਹੁਤ ਥੋੜੇ ਸ਼ਬਦਾਂ 'ਚ ਕਿਹਾ ਜੇ। ਮੈਂ ਇੱਕ ਗੱਲ ਕਹਿਣੀ ਚਾਹਾਂਗਾ, ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਹਥਿਆਰਾਂ ਦਾ ਕੋਈ ਲਿਖਣ ਕਰਕੇ ਔਰ ਉਹ ਬੋਲਣ ਕਰਕੇ ਉਹ ਹੋਇਆ। ਅਮਰੀਕਾ ਦੇ ਸੰਵਿਧਾਨ ਦੇ ਵਿੱਚ ਬੁਨਿਆਦੀ 2 ਅਮੈਂਡਮੈਂਟ ਆਈਆਂ ਸ਼ੁਰੂ 'ਚ, ਔਰ ਇੱਕ ਅਮੈਂਡਮੈਂਟ ਹੈਗੀ ਹੈ ਬੋਲਣ ਦੀ ਆਜ਼ਾਦੀ ਦੀ। ਔਰ ਇੱਥੇ ਸੁਪਰੀਮ ਕੋਰਟ ਤੱਕ ਹਰ ਜਗ੍ਹਾ ਦੇ ਉੱਤੇ ਹੈ ਕਿ ਤੁਸੀਂ ਜੋ ਮਰਜ਼ੀ ਬੋਲਣਾ ਹੈਗਾ ਉਹ ਬੋਲ ਸਕਦੇ ਹੋ, ਤੁਹਾਡੇ ਤੇ ਕੋਈ ਕਾਰਵਾਈ ਨਹੀਂ ਹੋਏਗੀ, ਪੂਰੀ ਆਜ਼ਾਦੀ ਹੈ।
ਤੁਸੀਂ ਪ੍ਰੈਜ਼ੀਡੈਂਟ ਨੂੰ, ਮੁਲਕ ਨੂੰ, ਜਿਹਨੂੰ ਮਰਜ਼ੀ ਤੁਸੀਂ ਜੋ ਮਰਜ਼ੀ ਕਹਿਣਾ ਹੈਗਾ ਉਹ ਤੁਸੀਂ ਕਹਿ ਲਓ, ਤੁਹਾਨੂੰ ਉਹ ਹੀ ਨਹੀਂ ਕਰ ਸਕਦਾ, ਤੁਹਾਨੂੰ ਹੱਥ ਨਹੀਂ ਲਾ ਸਕਦਾ। ਇਹ ਬੁਨਿਆਦੀ ਹੱਕ ਜਿਹੜਾ ਹੈ ਅਮਰੀਕਨਸ ਕੋਲ ਮੌਜੂਦ ਹੈ ਔਰ ਉਹ ਇਸ ਦੀ ਵਰਤੋਂ ਕਰਦੇ ਹੈ। ਇਸ ਕਰਕੇ ਤੁਸੀਂ ਦੇਖੋਗੇ ਕਿ ਇੱਕ ਗੱਲ, ਔਰ ਦੂਜੀ ਹਥਿਆਰਾਂ ਦੀ ਸੈਕੰਡ ਅਮੈਂਡਮੈਂਟ ਇਹ ਹੈਗੀ ਹੈ, ਦੂਜੀ ਅਮੈਂਡਮੈਂਟ ਇਹ ਹੈਗੀ ਹੈ ਕਿ ਤੁਸੀਂ ਜਿੰਨੇ ਮਰਜ਼ੀ ਹਥਿਆਰ ਰੱਖ ਸਕਦੇ ਹੋ, ਉਹਦੇ ਤੇ ਕੋਈ ਰਿਸਟ੍ਰਿਕਸ਼ਨ ਨਹੀਂ। ਔਰ ਬਾਰ-ਬਾਰ ਜਦੋਂ ਐਤਕੀ ਵੀ ਚੋਣਾਂ ਵਿੱਚ ਇੱਕ ਮੁੱਦਾ ਇਹ ਰਿਹਾ, ਟਰੰਪ ਵੱਲੋਂ ਕਿਹਾ ਜਾਂਦਾ ਰਿਹਾ ਕਿ ਜੇ ਇਹ ਬਾਈਡਨ ਜਿੱਤ ਗਿਆ ਤੇ ਇਹਨੇ ਤੁਹਾਡੇ ਹਥਿਆਰ ਖੋਹ ਲੈਣੇ ਆ, ਇਸ ਕਰਕੇ ਇਹਨੂੰ ਨਾ ਦਿਓ। ਉਹ ਬੁਨਿਆਦੀ ਇਸ਼ੂ ਹੈ। ਇਹ ਜਿਹੜੀਆਂ ਦੋ ਚੀਜ਼ਾਂ ਅਮਰੀਕਨ ਸਮਝਦੇ ਆ ਕਿ ਸਾਨੂੰ ਇਹ ਦੋ ਅਧਿਕਾਰ ਮਿਲੇ ਆ, ਅਸੀਂ ਬੋਲ ਸਕਦੇ ਹਾਂ ਔਰ ਅਸੀਂ ਹਥਿਆਰਾਂ ਬਾਰੇ ਕਹਿ ਸਕਦੇ ਹਾਂ। ਇੱਥੋਂ ਤੱਕ ਹੈਗਾ ਕਿ ਇੱਕ ਵਾਰੀ ਜਸਟਿਸ ਸਕੇਲੀਆ ਜਿਹੜੇ ਸੁਪਰੀਮ ਕੋਰਟ ਦੇ ਜੱਜ ਸੀ, ਉਹਨਾਂ ਨੂੰ ਕਿਹਾ ਗਿਆ, ਕਿਸੇ ਨੇ ਝੰਡੇ ਦੀ, ਰਾਸ਼ਟਰੀ ਜਿਹੜਾ ਝੰਡਾ ਉਹਦੀ ਨਿਰਾਦਰੀ ਕੀਤੀ ਹੈ, ਉਹਨੂੰ ਅੱਗ ਲਾਈ ਹੈ, ਉਹ ਕਹਿੰਦਾ ਸੰਵਿਧਾਨ 'ਚ ਦਿਖਾ ਦਿਓ ਕਿੱਥੇ ਲਿਖਿਆ ਨਹੀਂ ਲਗਾ ਸਕਦਾ। ਸੋ ਇਹਨਾਂ ਦੀ ਡੈਮੋਕ੍ਰੇਸੀ ਔਰ ਜਿਹੜੇ ਬੁਨਿਆਦੀ ਹਕੂਕ ਉਹ ਬੜੀ ਦੂਰ ਤੱਕ ਜਾਂਦੇ ਆ, ਪਰ ਉਸ ਦੇ ਬਾਵਜੂਦ ਹਰ ਇੱਕ ਦੇ ਕੁਛ ਨਾ ਕੁਛ, ਕੋਈ ਨਾ ਕੋਈ ਚੀਜ਼ਾਂ ਐਸੀਆਂ ਹੈਗੀਆਂ ਉਹ ਡਿਸਪਲਿਨ 'ਚ ਰਹਿੰਦੀਆਂ, ਪਰ ਇਸ ਦੇ ਬਾਵਜੂਦ ਉਹ ਆਪਣਾ ਡਿਸਪਲਿਨ ਕਾਇਮ ਰੱਖ ਰਹੇ ਆ ਔਰ ਉਹਨਾਂ ਦੇ ਅੰਦਰ ਉਹ ਚਾਹਨਾ ਹੈ। ਅਸੀਂ ਤਾਂ ਆਉਣ ਵਾਲੇ ਸਮੇਂ ਲਈ ਇਹ ਕਰੀਏ ਕਿ ਅਗਰ ਅਮਰੀਕਾ ਅੱਗੇ ਇੱਕ ਆਗੂ ਦੇ ਤੌਰ ਤੇ ਰਿਹਾ, ਇੱਕ ਬੁਨਿਆਦੀ ਤੌਰ ਦੇ ਉੱਤੇ ਇਸਨੇ ਸਾਰੇ ਦੁਨੀਆ ਦੀ ਲੀਡ ਲਈ ਹੈ, ਐਸਾ ਨਾ ਹੋਏ ਕਿ ਇਹ ਹਾਸੋਹੀਣੀ ਹਾਲਤ ਦੇ ਵਿੱਚ ਪਹੁੰਚ ਜਾਏ ਔਰ ਇਹਦਾ ਨੁਕਸਾਨ ਕਿਸੇ ਨੂੰ ਹੋਰ ਹੋਏਗਾ ਨਾ ਹੋਏਗਾ, ਅਮਰੀਕਾ ਨੂੰ ਹੋਏਗਾ ਔਰ ਬਾਕੀ ਮੁਲਕਾਂ ਨੂੰ ਵੀ ਹੋਏਗਾ। ਜੀ ਬਹੁਤ ਬਹੁਤ ਧੰਨਵਾਦ। ਬਿਲਕੁਲ ਅਸੀਂ ਸਰਦਾਰ ਗੁਰਚਰਨਜੀਤ ਸਿੰਘ ਲਾਂਬਾ ਨਾਲ ਇੱਕ ਸੈਗਮੈਂਟ ਪਲਾਨ ਕਰ ਰਹੇ ਹਾਂ। ਮੋਸਟ ਪ੍ਰੋਬਬਲੀ ਵੈਡਨਸਡੇ ਨੂੰ, ਬੁੱਧਵਾਰ ਨੂੰ ਭਾਰਤੀ ਸਮੇਂ ਅਨੁਸਾਰ ਸਵੇਰ ਵੇਲੇ ਕੋਸ਼ਿਸ਼ ਕਰਾਂਗੇ 8 ਵਜੇ ਦੇ ਕਰੀਬ ਲਾਈਵ ਹੋ ਕੇ ਤੁਹਾਡੇ ਨਾਲ ਉਹ ਜ਼ਰੂਰ ਡਿਸਕਸ਼ਨ ਤੁਹਾਡੇ ਰੂਬਰੂ ਕਰੀਏ, ਜਿਹਦੇ ਵਿੱਚ ਇਹ ਕੋਸ਼ਿਸ਼ ਰਹੇਗੀ ਕਿ ਕੇਂਦਰ ਔਰ ਸਿੱਖਾਂ ਜਾਂ ਪੰਜਾਬ ਦੀਆਂ ਜਿਹੜੀਆਂ ਟਕਰਾਅ ਦੀਆਂ ਸਥਿਤੀਆਂ ਬਣਦੀਆਂ ਰਹੀਆਂ, ਜਿਹੜੀਆਂ ਮੰਗਾਂ ਸਾਨੂੰ ਲੱਗਦਾ ਸਾਡੀਆਂ ਮੰਨੀਆਂ ਨਹੀਂ ਗਈਆਂ, ਉਹ ਸਾਡਾ ਮਹਿਜ ਭਰਮ ਆ ਜਾਂ ਸੱਚਮੁੱਚ ਸਾਡੀਆਂ ਕੁਝ ਮੰਗਾਂ ਜਾਂ ਸਾਡੇ ਕੁਝ ਮਸਲੇ ਪੈਂਡਿੰਗ ਨੇ ਜਿੱਥੇ ਕੇਂਦਰ ਸਾਡੇ ਨਾਲ ਜ਼ਿਆਦਤੀ ਕਰਦਾ ਰਿਹਾ। ਇਹ ਮੈਂ ਰਿਪੀਟ ਕਰਦਿਆਂ ਕਿ ਸਾਡੀਆਂ ਮੰਗਾਂ ਮਹਿਜ ਭਰਮ ਨੇ ਜਾਂ ਸਚਾਈ 'ਚ ਵੀ ਕੁਝ ਮੰਗਾਂ ਪੈਂਡਿੰਗ ਨੇ ਜਿਨ੍ਹਾਂ ਤੋਂ ਕੇਂਦਰ ਅੱਖਾਂ ਮੀਟਦਾ ਹੈ, ਜਿੱਥੇ ਕੇਂਦਰ ਪੱਖਪਾਤੀ ਨਜ਼ਰ ਆਉਂਦਾ ਹੈ। ਅਸੀਂ ਅਗਲੇ ਦਿਨਾਂ 'ਚ ਇੱਥੇ ਗੱਲ ਕਰਾਂਗੇ, ਲੇਕਿਨ ਮੈਂ ਜਾਂਦਾ ਇਹ ਗੱਲ ਕਹਿ ਦਿਆਂ ਕਿ ਭਾਵੇਂ ਅੱਜ ਡੋਨਾਲਡ ਟਰੰਪ ਸੱਤਾ ਤੋਂ ਬਾਹਰ ਹੈ, ਲੇਕਿਨ ਅਮਰੀਕਨਸ ਦੀ ਸੋਚ ਵਿੱਚ ਬਹੁਤਾ ਫਰਕ ਨਹੀਂ ਹੈ। ਡੋਨਾਲਡ ਟਰੰਪ 1% 2% ਵੋਟਾਂ ਨਾਲ ਹੀ ਜਿੱਤੇ ਹੋਏ ਰਾਸ਼ਟਰਪਤੀ ਤੋਂ ਪਿੱਛੇ ਆ। ਅਜੇ ਵੀ ਉਹਦੇ ਸਮਰਥਕਾਂ ਦਾ ਜਮਘਟ ਹੈ, ਅਜੇ ਵੀ ਉਹਦੀ ਸੋਚ ਨੂੰ ਪ੍ਰਣਾਏ ਲੋਕ ਬਹੁਤ ਆ। ਇਹ ਇੱਕ ਲੀਡਰ ਭਾਵੇਂ ਉਹ ਨੈਗੇਟਿਵ ਹੈ ਜਾਂ ਪੋਜ਼ਿਟਿਵ ਹੈ, ਉਹਦੀ ਇੱਕ ਪੱਖ ਹੁੰਦਾ ਹੈ ਕਿ ਅਜੇ ਵੀ ਉਹਦੀ ਸੋਚ ਵਾਲੇ ਲੋਕ ਬਹੁਤ ਸਾਰੇ ਆ। ਸੋ ਇਹ ਗੱਲਾਂ ਤੁਰਦੀਆਂ ਰਹਿਣਗੀਆਂ, ਸਿਧਾਂਤ ਆਪਣੀ ਜਗ੍ਹਾ ਰਹਿਣਗੇ, ਸਿਆਸਤ ਆਪਣੀ ਜਗ੍ਹਾ ਰਹਿਣਗੇ, ਲੇਕਿਨ ਸੱਤਾ ਲਈ ਭੁੱਖ, ਸੱਤਾ ਲਈ ਲਸਟ ਜਿਹੜੀ ਹੈ ਉਹ ਚੱਲਦੀ ਰਹੇਗੀ। ਉਹ ਭਾਰਤ ਹੋਵੇ ਜਾਂ ਸੁਪਰ ਪਾਵਰ ਅਮਰੀਕਾ, ਇਹ ਸਿਲਸਿਲੇ ਬਣੇ ਰਹਿਣੇ ਆ। ਸਾਡੀਆਂ ਡਿਬੇਟਸ ਵੀ ਐਂ ਹੀ ਰਹਿਣੀਆਂ ਕਿਉਂਕਿ ਗੁਰੂ ਨਾਨਕ ਸਾਹਿਬ ਦੇ ਵਰਸਾਏ ਆ ਤੇ ਬਾਬਾ ਕਹਿੰਦਾ ਸੰਵਾਦ ਨਾ ਤੋੜਿਓ, ਤੁਰਦੇ ਰਹੋ, ਲੋਕ ਵੱਧ ਤੋਂ ਵੱਧ ਤੁਹਾਨੂੰ ਗਾਲਾਂ ਕੱਢ ਲੈਣਗੇ, ਆਖਰ ਤਾਂ ਗੱਲ ਮੁੱਕਣੀ ਜਾ ਕੇ ਸੰਵਾਦ ਤੇ ਆ। ਬਹੁਤ ਮਿਹਰਬਾਨੀ, ਧੰਨਵਾਦ।